ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਧ ਤੂਰ। ਨਾਨਕ ਸਰਣ ਤੁਹਾਰੀਆ ਵੇਖੋ ਸਦਾ ਹਜੂਰ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ। ਨਾਮ ਜਪੰਦੜੀ ਲਾਲੀ ਪੰਧ ਜੁਲੰਧੜੀ ਮੇਰਾ ਅੰਦਰ ਠੰਡਾ। ਗੁਰ ਦਰਸ਼ਨ ਦੇਖ ਨਿਹਾਲੀ ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ। ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਿ ਸਾਹੋ ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ। ਸਤਿ ਗੁਰ ਕਾ ਦਰਸ਼ਨ ਪਾਏ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਲਾਜ ਮਰਨ ਤੇ ਮਰ ਗਈ ਉਗਟ ਘੋਲ ਜਮੀ। ਸਾਧ ਜਵਾਨੀ ਬਾਵਰੀ ਸਿਰ ਤੇ ਸੰਗ ਕਲੀ। ਪ੍ਰੇਮ ਭੁਲਾਈ ਰਵੀ ਸਿਆ ਮਨ ਮਹਿ ਸ਼ਬਦ ਆਨੰਦ। ਲਾਵਤੀ ਲਾਲੀ ਭਈ ਗੁਰਮੁਖ ਭਈ ਨਿਚੰਦ। ਲਾਜ ਮਰਨ ਕੀ ਮਰ ਗਈ ਘੋੜ ਚਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਕਿਰਪਾ ਦੇ ਖਜ਼ਾਨੇ। ਤਖਤ ਚੌਰ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ। ਹਲਤ ਪਲਤ ਦੇ ਰਾਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ
ਚਰਨ ਛੋਹ ਪ੍ਰਾਪਤ ਧਰਤੀ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ। ਹਰ ਸਤਿਗੁਰ ਮੇਲਾ ਦਇਆ ਕਰ, ਜਨ ਨਾਨਕ ਧੋਵੈ ਪਾਏ। ਜਿਸ ਧਰਤੀ ਨੂੰ ਸਤਿਗੁਰੂ ਜੀ ਨੇ ਆਪਣੀ ਛੋਹ ਬਖਸ਼ ਕਰਕੇ ਕਣ ਕਣ ਨੂੰ ਪਵਿੱਤਰ ਕੀਤਾ ਹੈ, ਇਹ ਸੁਲਤਾਨਪੁਰ ਲੋਧੀ ਦੀ ਧਰਤੀ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ। ਸੋ ਥਾਨ ਸੁਹਾਵਾ RAM ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਸਤਿਗੁਰੂ ਜੀ ਦੇ ਪਾਵਨ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦੀ ਦਾਤ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਗਰੀਬ ਨਵਾਜ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਪ੍ਰਾਪਤ ਹੋਇਆ ਹੈ। ਲੜੀਵਾਰ ਰੂਪ ਵਿੱਚ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੱਖਣੀ ਓੰਕਾਰ ਬਾਣੀ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅੱਜ ਦੀ ਜੋ ਪਾਵਨ ਪੌੜੀ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਇਹ 12ਵੀਂ ਪੌੜੀ ਹੈ ਇਸ ਅੰਮ੍ਰਿਤ ਬਾਣੀ ਦੀ, ਔਰ 931 ਅੰਗ ਤੇ ਸੋਭਨੀਕ ਹੈ। ਇਸ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਪਤੀ ਪਤਨੀ ਦੇ ਅਲੰਕਾਰ ਦੁਆਰਾ ਗਰੀਬ ਨਵਾਜ ਸਾਹਿਬ ਜੀ ਨੇ ਪਰਮਾਰਥ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਔਰ ਘੁੰਡ ਦਾ ਜ਼ਿਕਰ ਕੀਤਾ ਮਹਾਰਾਜ ਸਾਹਿਬ ਜੀ ਨੇ, ਪਤੀ ਪਤਨੀ ਦਾ, ਘੁੰਡ ਦਾ ਤੇ ਸੱਸ ਦਾ। ਇਸ ਅਲੰਕਾਰ ਦੁਆਰਾ ਮਹਾਰਾਜ ਸਾਹਿਬ ਜੀ ਨੇ ਪਾਵਨ ਉਪਦੇਸ਼ ਬਖਸ਼ਿਆ ਹੈ। ਜਿੱਥੋਂ ਦੇ ਅਸੀਂ ਰਹਿਣ ਵਾਲੇ ਹਾਂ, ਸੋ ਇਸ ਦੇਸ਼ ਦੀ ਜੋ ਸਮਾਜਿਕ ਤੌਰ ਤੇ ਅਨੇਕ ਪ੍ਰਕਾਰ ਦੀਆਂ ਰੋਹ ਰੀਤਾਂ ਹਨ ਸਾਧ ਸੰਗਤ ਜੀ। ਸੰਸਾਰੀ ਰੋਹ ਰੀਤਾਂ ਕਈ ਹਨ, ਪਰ ਉਹਨਾਂ ਵਿੱਚੋਂ ਵੀ ਮਹਾਰਾਜ ਸਾਹਿਬ ਜੀ ਨੇ ਪਰਮਾਰਥ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿੱਥੇ ਆਪ ਸਤਿਗੁਰੂ ਜੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੋਂ ਵੱਡੇ ਹਨ, ਉੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਵੀ ਸਭ ਨਾਲੋਂ ਵੱਡਾ ਹੈ, ਕਲਿਆਣਕਾਰੀ ਹੈ। ਤਾਂ ਮਹਾਰਾਜ ਸਾਹਿਬ ਜਿਵੇਂ ਬਖਸ਼ਿਸ਼ ਕਰ ਰਹੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਾਜ ਮਰੰਤੀ ਮਰ ਗਈ, ਘੂੰਘਟ ਖੋਲ ਚਲੀ। ਕਿਉਂਕਿ ਲਾਜ ਨਾਮ ਹੈ ਸ਼ਰਮ ਦਾ, ਲੱਜਾ ਦਾ। ਲਾਜ ਮਰੰਤੀ ਮਰ ਗਈ। ਜੋ ਪਹਿਲਾਂ ਇਹ ਇਸਤਰੀ ਲੱਜਾ ਦੇ ਵਿੱਚ ਰਹਿੰਦੀ ਸੀ, ਉਹ ਸ਼ਰਮ ਜਿਹੜੀ ਸੀ, ਸ਼ਰਮ ਦੇ ਵਿੱਚ ਮਰਦੀ ਸੀ।
ਲਾਜ ਜਿਹੜੀ ਸ਼ਰਮ ਸੀ ਮਾਰਨ ਵਾਲੀ, ਹੁਣ ਉਹ ਲਾਜ ਹੀ ਮਰ ਗਈ ਹੈ। ਪਹਿਲਾਂ ਘੁੰਡ ਕੱਢ ਕੇ ਰੱਖਦੀ ਸੀ, ਘੂੰਘਟ ਖੋਲ ਚੱਲੀ, ਹੁਣ ਘੂੰਘਟ ਉਹ ਘੁੰਡ ਖੋਲ ਕਰਕੇ, ਘੁੰਡ ਲਾ ਕਰਕੇ ਚੱਲ ਪਈ। ਇਹ ਸਮਾਜਿਕ ਸੰਸਾਰੀ ਕਿਰਿਆ ਹੈ। ਹੁਣ ਤਾਂ ਕੋਈ ਨਹੀਂ, ਪਿਛਲੇ ਸਮੇਂ ਦੇ ਵਿੱਚ ਮਾਈਆਂ ਘੁੱਟ ਕੱਢਦੀਆਂ ਹੁੰਦੀਆਂ ਸਨ। ਵੇਖੋ, ਇਹ ਸਮਾਜਿਕ ਵੀ ਜਿਹੜੀਆਂ ਰੋਹ ਰੀਤਾਂ ਹਨ ਪੁਰਾਣੀਆਂ, ਉਹਨਾਂ ਦਾ ਜ਼ਿਕਰ ਗੁਰੂ ਕੀ ਬਾਣੀ ਵਿੱਚ ਆਇਆ। ਇਹ ਸੰਸਾਰੀ ਸੀ ਰੀਤ। ਉਂਝ ਮਹਾਰਾਜ ਸਾਹਿਬ ਜੀ ਨੇ ਤੀਜੇ ਪਾਤਸ਼ਾਹ ਦੇ ਵੇਲੇ ਦੀ ਗਾਥਾ ਵੀ ਆਉਂਦੀ ਹੈ, ਤਾਂ ਰਾਜੇ ਦੀ ਰਾਣੀ, ਜਿਸ ਵੇਲੇ ਮੰਡੀ ਦਾ ਰਾਜਾ ਮਹਾਰਾਜ ਸਾਹਿਬ ਜੀ ਦੇ ਦਰਸ਼ਨ, ਹਰੀਪੁਰ ਦਾ ਰਾਜਾ ਆਇਆ ਸੀ ਦਰਸ਼ਨ ਕਰਨ ਵਾਸਤੇ, ਉਹਦੀਆਂ ਰਾਣੀਆਂ ਵੀ ਨਾਲ ਆਈਆਂ ਸੀ, ਤੇ ਇੱਕ ਨਵੀਂ ਵਿਆਹੀ ਹੋਈ ਰਾਣੀ ਜਿਹੜੀ ਸੀ ਨਾ, ਉਹਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵੇਲੇ ਘੁੰਡ ਕੱਢਿਆ। ਹੁਣ ਨਹੀਂ ਇਹ ਰੀਤ ਰਹਿ ਗਈ ਸਮਾਜ ਦੇ ਵਿੱਚ, ਬਾਕੀ ਇਹਦੇ ਨਾਲ ਧਾਰਮਿਕ ਸੰਬੰਧ ਨਹੀਂ ਹੈ ਕੋਈ। ਸਾਰੀਆਂ ਗੱਲਾਂ ਧਾਰਮਿਕ ਨਹੀਂ ਹੁੰਦੀਆਂ, ਕੁਝ ਸੰਸਾਰੀ ਹੁੰਦੀਆਂ, ਸਮਾਜਿਕ ਹੁੰਦੀਆਂ ਰੋਹ ਰੀਤਾਂ। ਇਹ ਸਮਾਜਿਕ ਰੋਹ ਰੀਤ ਸੀ ਕਿ ਮਾਈਆਂ ਬੀਬੀਆਂ ਘੁੰਡ ਕੱਢਦੀਆਂ ਹੁੰਦੀਆਂ ਸੀ। ਬਜ਼ੁਰਗਾਂ ਤੋਂ ਇਸੇ ਤਰ੍ਹਾਂ ਬਾਕੀ ਜਿਹੜੇ ਸੰਬੰਧ ਆ, ਜਿਵੇਂ ਜੇਠ ਆਦਿਕ ਤੋਂ, ਉਹ ਘੁੰਡ ਕੱਢ ਕੇ ਰੱਖਣਾ। ਜਿਸ ਵੇਲੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਰਾਜਾ ਆਉਂਦਾ ਹੈ ਹਰੀਪੁਰ ਦਾ, ਉਹਦੀਆਂ ਰਾਣੀਆਂ ਆਉਂਦੀਆਂ, ਬਾਕੀਆਂ ਨੇ ਤਾਂ ਦਰਸ਼ਨ ਕੀਤੇ। ਜਿਹੜੀ ਨਵੀਂ ਵਿਆਹੀ ਹੋਈ ਉਹਦੀ ਰਾਣੀ ਸੀ, ਇੱਕ ਰਾਜਿਆਂ ਦੀਆਂ ਕਈ ਰਾਣੀਆਂ ਹੁੰਦੀਆਂ, ਉਹਨੇ ਘੁੰਡ ਕੱਢਿਆ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ। ਸਤਿਗੁਰੂ ਜੀ ਦਾ ਦਰਸ਼ਨ ਹੀ ਨਹੀਂ ਕੀਤਾ। ਆਪਣਾ ਸਿਰ ਤੇ ਲੈਣ ਵਾਲਾ ਜਿਹੜਾ ਦੁਪੱਟਾ ਹੈ ਉਹਨੂੰ ਅੱਗੇ ਵਧਾ ਕਰਕੇ ਆਪਣਾ ਸਾਰਾ ਮੂੰਹ ਢੱਕਿਆ ਤੇ ਮਹਾਰਾਜ ਸਾਹਿਬ ਜੀ ਦੇ ਵੱਲੇ ਓਹਲਾ ਕੀਤਾ। ਜਦੋਂ ਘੁੰਡ ਕੱਢਿਆ ਨਾ, ਤੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸੁਭਾਵਿਕ ਹੀ ਬਚਨ ਕੀਤਾ ਵੀ ਆ ਝੱਲੀ ਨੇ ਇਸ ਤਰ੍ਹਾਂ ਘੁੰਡ ਕਿਉਂ ਕੱਢਿਆ ਹੋਇਆ, ਵੀ ਜੇ ਘੁੰਡ ਹੀ ਕੱਢਣਾ ਸੀ ਤੇ ਦਰਬਾਰ ਵਿੱਚ ਕਿਉਂ ਆਈ ਹੈ, ਵੀ ਜੇ ਦਰਸ਼ਨ ਹੀ ਨਹੀਂ ਸੀ ਕਰਨਾ ਸਾਡਾ। ਇਹ ਝੱਲੀ ਨੇ ਘੁੰਡ ਕੱਢਿਆ ਹੋਇਆ ਹੈ, ਘੁੰਡ ਨਹੀਂ ਕੱਢਣਾ ਚਾਹੀਦਾ। ਮਹਾਰਾਜ ਸਾਹਿਬ ਜੀ ਨੇ ਆਖਿਆ, ਗੁਰੂ ਸਾਹਿਬ ਜੀ ਦੇ ਕੋਲੇ ਆ ਕਰਕੇ ਇਸ ਤਰ੍ਹਾਂ ਘੁੰਡ ਨਹੀਂ ਕੱਢਣਾ ਚਾਹੀਦਾ। ਭਾਵ ਗੁਰੂ ਸਾਹਿਬ ਦੇ ਤਾਂ ਦਰਸ਼ਨ ਕਰਨ ਵਾਸਤੇ ਆਈਦਾ। ਉਹ ਜਦੋਂ ਮਹਾਰਾਜ ਨੇ ਬਚਨ ਕੀਤਾ ਵੀ ਆ ਝੱਲੀ ਨੇ ਘੁੰਡ ਕੱਢਿਆ ਹੋਇਆ ਹੈ, ਤੇ ਉਹ ਮਹਾਰਾਜ ਦੇ ਬਚਨਾਂ ਦੇ ਨਾਲ ਝੱਲੀ ਹੋ ਗਈ ਸੀ ਉਹ ਰਾਜੇ ਦੀ ਰਾਣੀ। ਗੱਲ ਘੁੰਡ ਤੋਂ ਚੱਲੀ। ਉਹ ਜਦੋਂ ਝੱਲੀ ਹੋ ਗਈ ਤੇ ਦੌੜ ਗਈ। ਰਾਜੇ ਨੇ ਉਹਨੂੰ ਫੜਨ ਦਾ ਯਤਨ ਕੀਤਾ, ਉਹ ਕਾਬੂ ਨਾ ਆਈ। ਗੋਇੰਦਵਾਲ ਸਾਹਿਬ ਤੋਂ ਬਾਰ-ਬਾਰ ਦੂਰ ਚਲੇ ਗਈ, ਉਜਾੜ ਦੇ ਵਿੱਚ ਚਲੇ ਗਈ। ਰਾਜਾ ਕਈ ਦਿਨ ਇੱਥੇ ਰਿਹਾ, ਫਿਰ ਵਾਪਸ ਚਲੇ ਗਿਆ। ਉਹ ਰਾਣੀ ਪਾਗਲ ਹੋ ਗਈ, ਝੱਲੀ ਹੋ ਗਈ, ਇੱਥੇ ਹੀ ਤੁਰੀ ਫਿਰਦੀ ਰਹੀ। ਉਹ ਨਹੀਂ ਆਈ ਕਾਬੂ, ਦੂਰ ਭੱਜ ਗਈ, ਜੰਗਲ ਦੇ ਵਿੱਚ ਚਲੇ ਗਈ। ਰਾਜਾ ਵਾਪਸ ਚਲੇ ਜਾਂਦਾ ਹੈ। ਫਿਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦਾ ਇੱਕ ਸਿੱਖ ਸੀ, ਜਿਸ ਦਾ ਨਾਮ ਇਤਿਹਾਸ ਵਿੱਚ ਆਇਆ ਸੱਚਣ ਸੱਚ। ਉਹ ਰਸਨਾ ਤੋਂ ਬੋਲਦਾ ਹੁੰਦਾ ਸੀ ਸੱਚਣ ਸੱਚ, ਤੇ ਉਹਦਾ ਨਾਂ ਹੀ ਰੱਖ ਦਿੱਤਾ ਸੀ ਸੱਚਣ ਸੱਚ। ਉਹ ਰੋਜ਼ ਜੰਗਲ ਦੇ ਵਿੱਚੋਂ ਮਹਾਰਾਜ ਸਾਹਿਬ ਜੀ ਦੇ ਲੰਗਰਾਂ ਵਾਸਤੇ ਸੁੱਕੀਆਂ ਲੱਕੜਾਂ, ਬਾਲਣ ਇਕੱਠਾ ਕਰਕੇ ਲਿਆਉਂਦਾ ਹੁੰਦਾ ਸੀ। ਉਹ ਜਦੋਂ ਜੰਗਲ ਵਿੱਚ ਉਹਨੂੰ ਬਾਲਣ ਲੈਣ ਵਾਸਤੇ ਜਾਂਦਾ ਹੈ, ਤੇ ਉਹੀ ਰਾਜੇ ਦੀ ਜਿਹੜੀ ਰਾਣੀ ਆ, ਉਹ ਕਮਲੀ ਹੋਈ, ਉਹਦੇ ਕੇਸ ਖਿਲਰੇ, ਉਹਨੇ ਆਪਣੇ ਕੱਪੜੇ ਪਾੜੇ ਹੋਏ, ਤੇ ਜੰਗਲ ਦੇ ਵਿੱਚ ਤੁਰੀ ਫਿਰਦੀ। ਤੇ ਉਹ ਜਦੋਂ ਬਾਲਣ ਲੈਣ ਵਾਸਤੇ ਜਾਂਦਾ ਹੈ, ਤੇ ਉਹਨੂੰ ਪੈਂਦੀ ਆ, ਉਹ ਮਾਰਨ ਪੈਂਦੀ, ਝਗੜਦੀ ਹੈ।
क्योंकि वो पागल हो गई। उन्हें फिर आके दसिया धन श्री गुरु अमरदास साहिब महाराज जी नूं कि गरीब नवाज वो जिहड़ी राणी आप जी दे बचनां दे नाल झल्ली होई पई है, जंगल दे विच फिरदी है, ਉਹਦੇ ਕੇਸ ਖਿਲਰੇ ਹੋਏ ਆ, ਕੱਪੜੇ ਪਾਟੇ ਹੋਏ ਆ, ਤੇ ਮੈਂ ਜਿਸ ਵੇਲੇ ਮਹਾਰਾਜ ਲੰਗਰ ਦੇ ਵਾਸਤੇ ਬਾਲਣ ਲੈਣ ਵਾਸਤੇ ਜਾਂਦਾ ਉਹ ਮੈਨੂੰ ਪੈਂਦੀ ਹੈ ਅੱਗੋਂ, ਉਹ ਸੋਟਾ ਲੈ ਕੇ ਮਾਰਨ ਪੈਂਦੀ ਹੈ, ਝਗੜਦੀ ਹੈ, ਕਿਉਂਕਿ ਉਹ ਪਾਗਲ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ ਦਾ ਜੋੜਾ ਦਿੱਤਾ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ, ਦੋਵੇਂ ਜੋੜੇ ਚਰਨਾਂ ਦੇ, ਦੋਵਾਂ ਚਰਨਾਂ ਦੇ ਦੋਵੇਂ ਜੋੜੇ। ਮਹਾਰਾਜ ਕਹਿਣ ਲੱਗੇ ਵੀ ਹੁਣ ਆ ਜੋੜਾ ਨਾਲ ਲੈ ਕੇ ਜਾ, ਜਿਸ ਵੇਲੇ ਤੇਰੇ ਵੱਲ ਨੂੰ ਆਵੇਗੀ ਨਾ ਮਾਰਨ ਵਾਸਤੇ ਤੇ ਉਹਦੇ ਤੂੰ ਸਿਰ ਤੇ ਜੋੜਾ ਮਾਰੀ, ਜਦੋਂ ਮਾਰੇਗਾ ਤੇ ਉਹ ਠੀਕ ਹੋ ਜਾਵੇਗੀ ਤੇ ਉਹਨੂੰ ਨਾਲ ਲੈ ਕੇ ਸਾਡੇ ਪਾਸ ਆਵੀਂ। ਜਦੋਂ ਗਿਆ ਤੇ ਉਹ ਭੱਜੀ ਆਈ ਹੈ ਸੱਚਨ ਸੱਚ ਨੂੰ ਮਾਰਨ ਵਾਸਤੇ, ਝੱਲੀ ਹੈ, ਕਮਲੀ ਹੈ। ਤੇ ਭਾਈ ਸਾਹਿਬ ਨੇ ਮਹਾਰਾਜ ਦਾ ਜੋੜਾ ਹੱਥ ਵਿੱਚ ਸੀ, ਜਦੋਂ ਨੇੜੇ ਆਈ ਤੇ ਉਹਦੇ ਸਿਰ ਤੇ ਲਾ ਦਿੱਤਾ। ਜੋੜਾ ਲਾਉਣ ਦੀ ਦੇਰ ਸੀ, ਉਹ ਸਹੀ ਹੋ ਗਈ, ਉਹਨੂੰ ਸੁੱਧ ਬੁੱਧ ਪ੍ਰਾਪਤ ਹੋ ਗਈ। ਉਹ ਸ਼ਰਮ ਮਹਿਸੂਸ ਕਰਨ ਲੱਗੀ ਵੀ ਮੇਰੇ ਕੱਪੜੇ ਪਾਟੇ ਹੋਏ ਆ। ਭਾਈ ਸਾਹਿਬ ਨੇ ਆਪਣੀ ਕੰਬਲੀ ਦਿੱਤੀ, ਚਾਦਰ ਦਿੱਤੀ, ਤਾਂ ਉਹਨੇ ਬੁੱਕਲ ਮਾਰੀ ਆਪਣੇ ਸਰੀਰ ਦੇ ਉੱਤੇ। ਫਿਰ ਨਾਲ ਲੈ ਕਰਕੇ ਬਾਲਣ ਦੀ ਪੰਡ ਨਾਲ ਲੈ ਕਰਕੇ ਤੇ ਗੋਇੰਦਵਾਲ ਸਾਹਿਬ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਭਾਈ ਸੱਚਣ ਸੱਚ ਹਾਜ਼ਰ ਹੋਇਆ। ਉਸ ਰਾਣੀ ਨੂੰ ਵੀ ਨਾਲ ਲੈ ਕੇ ਆਂਦਾ। ਫਿਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕਰਕੇ ਕਹਿਣ ਲੱਗੇ ਵੀ ਰਾਜਾ ਤੇ ਹੁਣ ਚਲੇ ਗਿਆ ਹੈ, ਤੇ ਇਹਦਾ ਹੈ ਭਾਈ ਸੱਚਣ ਸੱਚ ਤੇਰੇ ਨਾਲ ਆਨੰਦ ਕਾਰਜ ਕਰ ਦੇਣੇ। ਉਸ ਰਾਣੀ ਦਾ ਫਿਰ ਭਾਈ ਸੱਚਣ ਸੱਚ ਦੇ ਨਾਲ ਵਿਆਹ ਕਰ ਦਿੱਤਾ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ। ਤੇ ਉਹਦੇ ਤੋਂ ਉਹਦੀ ਫਿਰ ਅੱਗੇ ਸੰਤਾਨ ਵੀ ਪੈਦਾ ਹੋਈ। ਉਹ ਜੋੜਾ ਵੀ ਸੱਚਣ ਸੱਚ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ਿਆ। ਤੇ ਮੰਜੀਆਂ ਵਿੱਚੋਂ ਇੱਕ ਮੰਜੀ ਵੀ ਉਸ ਨੂੰ ਬਖਸ਼ਿਸ਼ ਕੀਤੀ ਭਾਈ ਸੱਚਣ ਸੱਚ ਨੂੰ। ਪ੍ਰਚਾਰ ਦੀਆਂ 22 ਮੰਜੀਆਂ ਵਿੱਚੋਂ ਇੱਕ ਮੰਜੀ ਵੀ ਬਖਸ਼ੀ ਮਹਾਰਾਜ। ਉਹ ਜੋੜਾ ਵੀ ਬਖਸ਼ਿਆ ਤੇ ਆਖਿਆ ਵੀ ਇਹ ਜੋੜੇ ਦੀ ਬਰਕਤ ਦੇ ਨਾਲ ਵੀ ਇਸ ਤਰ੍ਹਾਂ ਦਾ ਜਿਨ੍ਹਾਂ ਨੂੰ ਝੱਲ ਪਿਆ ਹੋਇਆ ਕਰੇਗਾ ਉਹ ਉਹਨਾਂ ਦਾ ਠੀਕ ਹੋ ਜਾਇਆ ਕਰੇਗਾ, ਤੂੰ ਆਪਣੇ ਕੋਲੇ ਰੱਖ। ਤੇ ਫਿਰ ਉਸ ਰਾਣੀ ਤੋਂ ਅੱਗੇ ਜਿਹੜਾ ਵਾ ਉਹਦੀ ਅੰਸ-ਬੰਸ ਅੱਜ ਵੀ ਚੱਲਦੀ ਹੈ ਸਾਧ ਸੰਗਤ, ਤੇ ਉਹ ਜੋੜਾ ਅੱਜ ਵੀ ਉਸ ਪਰਿਵਾਰ ਦੇ ਕੋਲੇ ਆ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ। ਤੇ ਉਹ ਦੋ ਜੋੜੇ ਸੀ ਨਾ, ਬਾਅਦ ਵਿੱਚ ਪਰਿਵਾਰ ਅੱਗੇ ਵਧਿਆ ਤੇ ਵੰਡਿਆ ਗਿਆ, ਪਾਕਿਸਤਾਨ ਬਣਿਆ। ਉਹ ਭਾਈ ਸੱਚਣ ਸੱਚ ਜੀ ਦੇ ਬੰਸ ਦੇ ਵਿੱਚੋਂ ਗੁਰਮੁਖ ਪਿਆਰੇ ਆ ਮਾਲਵੇ ਦੇ ਵਿੱਚੋਂ ਸਨ। ਇੱਕ ਜੋੜਾ ਉਹਨਾਂ ਦੇ ਕੋਲੇ ਹੈ ਤੇ ਇੱਕ ਜੋੜਾ ਦੂਸਰੇ ਪਰਿਵਾਰ ਕੋਲੇ। ਕਈ ਵਾਰੀ ਇਕੱਠਾ ਵੀ ਕਰ ਲੈਂਦੇ ਆ, ਨਹੀਂ ਤੇ ਇੱਕ ਇੱਕ ਜੋੜਾ ਹੁਣ ਦੋਨਾਂ ਪਰਿਵਾਰਾਂ ਕੋਲੇ ਹੈ। ਕਹਿਣ ਤੋਂ ਭਾਵੇ ਵੀ ਇਹ ਇੱਕ ਸਮਾਜਿਕ ਸੰਸਾਰੀ ਰੋ ਰੀਤ ਹੈ, ਘੁੰਡ ਕੱਢਣਾ ਵੀ ਸ਼ਰਮ ਕੀਤੀ ਜਾਂਦੀ ਹੈ। ਖਾਸ ਕਰਕੇ ਇਹ ਮਾਈਆਂ ਜਿਸ ਵੇਲੇ ਵਿਆਹ ਹੁੰਦਾ ਸੀ ਉਸ ਮੌਕੇ ਤੇ ਜ਼ਿਆਦਾ ਘੁੰਡ ਕੱਢਿਆ ਜਾਂਦਾ ਸੀ। ਤਾਂ ਉਹਦੇ ਤੋਂ ਮਹਾਰਾਜ ਸਾਹਿਬ ਜੀ ਨੇ ਪਰਮਾਰਥੀ ਉਪਦੇਸ਼ ਬਖਸ਼ਿਸ਼ ਕੀਤਾ। ਲਾਜ ਮਰੰਤੀ ਮਰ ਗਈ। ਤੇ ਪਹਿਲਾਂ ਤੇ ਲਾਜ ਦੇ ਨਾਲ ਹੀ ਇਹ ਜਿਹੜੀ ਜੀਵ ਰੂਪ ਇਸਤਰੀ ਆ ਨਾ, ਇਹ ਸ਼ਰਮ ਦੇ ਵਿੱਚ ਹੀ ਰਹਿੰਦੀ ਸੀ, ਸ਼ਰਮ ਵਿੱਚ ਹੀ ਮਰਦੀ ਸੀ ਤੇ ਘੁੰਡ ਕੱਢ ਕੇ ਰੱਖਦੀ ਸੀ ਆਪਣੇ ਪਤੀ ਦੇ ਕੋਲੋਂ ਵੀ। ਪਰਮਾਤਮਾ ਪਤੀ ਹੈ, ਪਰਮੇਸ਼ਰ ਪਤੀ ਹੈ, ਤੇ ਅਸੀਂ ਜਿੰਨੇ ਜੀਵ ਆ ਮਹਾਰਾਜ ਸਾਹਿਬ ਨੇ ਆਖਿਆ ਜੀਵ ਰੂਪ ਇਸਤਰੀ ਹੈ। ਤੇ ਇਹਨੇ ਸ਼ਰਮ ਕੀਤੀ ਹੋਈ ਹੈ ਪਰਮਾਤਮਾ ਪਤੀ ਨੂੰ ਮਿਲਣ ਵਿੱਚ, ਲਾਜ ਦੇ ਵਿੱਚ ਹੀ ਮਰਦੀ ਰਹਿੰਦੀ ਜੀਵ ਰੂਪ ਇਸਤਰੀ। ਜੀਵ ਜਿਹੜਾ ਉਹ ਸ਼ਰਮ ਦੇ ਵਿੱਚ ਹੀ ਰਹਿੰਦਾ। ਪਰ ਜਿਸ ਵੇਲੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਫਿਰ ਲਾਜ ਮਰੰਤੀ ਮਰ ਗਈ। ਜਿਹੜੀ ਲਾਜ ਸੀ ਨਾ, ਸ਼ਰਮ ਸੀ ਮਾਰਨ ਵਾਲੀ, ਉਹ ਫਿਰ ਮਰ ਗਈ।
अथवा मरंती मर गई, मरदी मरदी मर गई ਜਿਹੜੀ ਸ਼ਰਮ ਸੀ, ਲਾਜ ਸੀ, ਭਾਵ ਲੱਜਾ ਤਿਆਗ ਦਿੱਤੀ, ਘੂੰਘਟ ਖੋਲ ਚੱਲੀ ਤੇ ਫਿਰ ਘੁੰਡ ਖੋਲ ਕਰਕੇ ਚੱਲ ਪਈ ਜੀਵ ਰੂਪ ਇਸਤਰੀ। ਘੁੰਡ ਲਾ ਕਰਕੇ ਚੱਲ ਪਈ, ਹੁਣ ਘੁੰਡ ਨਹੀਂ ਕੱਢਿਆ। ਘੂੰਘਟ ਖੋਲ ਚੱਲੀ ਤੋਂ ਭਾਵ ਹੈ ਕਿ ਸੰਸਾਰੀ ਕਾਨ ਕਨੋੜ ਜਿਹੜਾ ਵਾ ਇਹ ਘੁੰਡ ਵਾ ਇੱਕ ਤਰ੍ਹਾਂ ਦਾ। ਪਰਮੇਸ਼ਰ ਵਾਹਿਗੁਰੂ ਪ੍ਰਮਾਤਮਾ ਪਤੀ ਨੂੰ ਮਿਲਣ ਦੇ ਵਿੱਚ ਜਿਹੜੀ ਸੰਸਾਰੀ ਲਾਜ ਦੇ ਵਿੱਚ ਵਿਚਰਨਾ ਹੈ, ਸੰਸਾਰੀ ਸ਼ਰਮ ਦੇ ਵਿੱਚ ਵਿਚਰਨਾ ਹੈ, ਇਹ ਲੱਜਾ ਹੈ, ਇਹ ਸ਼ਰਮ ਹੈ। ਤੇ ਫਿਰ ਨਾਲ ਸੋ ਜਿਹੜੀ ਕਾਨ ਕਨੋੜ ਕਰਨੀ ਸੰਸਾਰ ਦੀ ਵੀ ਦੁਨੀਆ ਕੀ ਆਖੇਗੀ, ਲੋਕ ਕੀ ਕਹਿਣਗੇ ਜੇ ਮੈਂ ਪਰਮਾਰਥ ਦੇ ਰਾਹ ਤੇ ਚੱਲਿਆ, ਜੇ ਵਾਹਿਗੁਰੂ ਪਰਮੇਸ਼ਰ ਦੇ ਰਾਹ ਤੇ ਚੱਲਿਆ, ਭਾਵ ਭਗਤੀ ਦੇ ਰਾਹ ਤੇ ਚੱਲਿਆ ਤੇ ਦੁਨੀਆ ਕੀ ਆਖੇਗੀ। ਇਹ ਇੱਕ ਤਰ੍ਹਾਂ ਦਾ ਘੁੰਡ ਹੈ ਕੱਢਿਆ ਹੋਇਆ। ਇਸ ਘੁੰਡ ਨੂੰ ਘੂੰਘਟ ਖੋਲ ਚੱਲੀ, ਖੋਲ ਕੇ ਲਾ ਕੇ ਤੁਰ ਪਈ ਜੀਵ ਰੂਪ ਇਸਤਰੀ, ਭਾਵ ਸੰਸਾਰੀ ਕਾਨ ਕਨੋੜ ਜਿਹੜੀ ਆ ਨਾ ਉਹਨੂੰ ਤਿਆਗ ਦਿੱਤਾ, ਇੱਕ ਪਾਸੇ ਰੱਖ ਦਿੱਤਾ ਵੀ ਹੁਣ ਸੰਸਾਰ ਭਾਵੇਂ ਜੋ ਮਰਜ਼ੀ ਆਖੀ ਜਾਵੇ, ਦੁਨੀਆ ਦੇ ਲੋਕ ਜੋ ਮਰਜ਼ੀ ਕਹਿਣ, ਭਾਵੇਂ ਬੁਰਾ ਕਹਿਣ ਭਾਵੇਂ ਭਲਾ ਕਹਿਣ, ਪਰ ਮੈਂ ਆਪਣਾ ਤਨ ਜਿਹੜਾ ਆਪਣੇ ਪਤੀ ਨੂੰ ਸਮਰਪਿਤ ਕਰ ਦਿੱਤਾ ਹੈ। ਹੁਣ ਕਿਸੇ ਦੀ ਪਰਵਾਹ ਨਹੀਂ ਹੈ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਹੁਣ ਆਪਣਾ ਤਨ ਜਿਹੜਾ ਹੈ ਉਹ ਆਪਣੇ ਪਤੀ ਪਰਮੇਸ਼ਰ ਨੂੰ ਸਮਰਪਿਤ ਕਰ ਦਿੱਤਾ ਹੈ। ਹੁਣ ਕਿਸੇ ਦੀ ਲੱਜਾ ਨਹੀਂ ਰਹਿ ਗਈ ਹੈ, ਸ਼ਰਮ ਨਹੀਂ ਰਹਿ ਗਈ ਹੈ, ਕਿਉਂਕਿ ਅਸੀਂ ਸੰਸਾਰੀ ਲੋਕ ਸੰਸਾਰੀ ਲਾਜ ਦੇ ਵਿੱਚ, ਲੋਕ ਲਾਜ ਦੇ ਵਿੱਚ, ਸਮਾਜ ਲਾਜ ਦੇ ਵਿੱਚ, ਸੰਸਾਰੀ ਲਾਜ ਦੇ ਵਿੱਚ, ਕਾਨ ਕਨੋੜ ਦੇ ਘੁੰਡ ਦੇ ਵਿੱਚ ਹੀ ਰਹਿੰਦੇ ਹਾਂ ਹਰ ਵੇਲੇ ਕਿ ਲੋਕ ਕੀ ਕਹਿਣਗੇ, ਆ ਕੀ ਕਵੇਗਾ, ਉਹ ਕੀ ਕਵੇਗਾ। ਇਸੇ ਦਾ ਨਾਮ ਹੀ ਲੱਜਾ ਹੈ, ਇਸੇ ਦਾ ਨਾਮ ਹੀ ਘੁੰਡ ਹੈ। ਪਰ ਜਿਸ ਵੇਲੇ ਗੁਰੂ ਕੀ ਕਿਰਪਾ ਹੋਈ ਤੇ ਫਿਰ ਲਾਜ ਮਰੰਤੀ ਮਰ ਗਈ। ਜਿਸ ਲੱਜਾ ਦੇ ਵਿੱਚ ਪਹਿਲਾਂ ਆਪ ਮਰਦੀ ਸੀ ਜੀਵ ਰੂਪ ਇਸਤਰੀ, ਹੁਣ ਉਹ ਲਾਜ ਹੀ ਮਰ ਗਈ, ਸ਼ਰਮ ਹੀ ਖਤਮ ਹੋ ਗਈ। ਸੰਸਾਰੀ ਲਾਜ, ਪਰਮਾਤਮਾ ਪਤੀ ਦੀ ਤਾਂ ਸ਼ਰਮ ਹੈ ਅੰਦਰ, ਪਰ ਸੰਸਾਰੀ ਜਿਹੜੀ ਸ਼ਰਮ ਸੀ ਉਹਨੂੰ ਲਾ ਦਿੱਤਾ, ਇੱਕ ਪਾਸੇ ਕਰ ਦਿੱਤਾ। ਘੂੰਘਟ ਖੋਲ ਚੱਲੀ, ਜਿਹੜੀ ਕਾਨ ਕਨੋੜ ਰੂਪੀ ਘੁੰਡ ਸੀ ਨਾ, ਉਹ ਕਾਨ ਕਨੋੜ ਵੀ ਛੱਡ ਦਿੱਤੀ ਸੰਸਾਰ ਦੀ, ਚੱਲ ਪਈ। ਕਿਉਂਕਿ ਜਿਸ ਵੇਲੇ ਕੋਈ ਪਰਮਾਰਥ ਦੇ ਰਾਹ ਤੇ ਚੱਲਦਾ ਹੈ, ਪ੍ਰਭੂ ਦੇ ਇਸ ਮਾਰਗ ਤੇ ਚੱਲਦਾ ਹੈ, ਤੇ ਫਿਰ ਰਾਹ ਦੇ ਵਿੱਚ ਇਹ ਸੰਸਾਰੀ ਲਾਜ ਤੇ ਸੰਸਾਰੀ ਕਾਨ ਕਨੋੜ ਆਉਂਦੀ ਹੈ। ਕਿਸੇ ਭਗਤ ਦਾ ਜੀਵਨ ਪੜ੍ਹ ਕੇ ਵੇਖੀਏ ਤੇ ਉਸ ਵੇਲੇ ਫਿਰ ਇਹ ਰਾਹ ਦੇ ਵਿੱਚ ਆਉਂਦੀ ਹੈ। ਪਰ ਪ੍ਰਭੂ ਦੇ ਭਗਤਾਂ ਨੇ ਇਹ ਸੰਸਾਰੀ ਲੱਜਾਂ ਨੂੰ ਇੱਕ ਪਾਸੇ ਕਰ ਦਿੱਤਾ ਵੀ ਲੋਕ ਕੀ ਕਹਿਣਗੇ। ਇਸ ਗੱਲ ਨੂੰ ਇੱਕ ਪਾਸੇ ਹੀ ਕਰਕੇ, ਕਿਨਾਰੇ ਕਰਕੇ ਵਾਹਿਗੁਰੂ ਦੇ ਰਾਹ ਤੇ ਚੱਲਣਾ ਕੀਤਾ। ਤਾਂ ਹੀ ਇਸ ਰਾਹ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਇਹ ਖੰਡੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਨਿੱਕਾ ਮਾਰਗ ਹੈ। ਆਨੰਦ ਸਾਹਿਬ ਦੀ ਬਾਣੀ 'ਚ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਫਰਮਾਇਆ, ਖੰਨਿਆ ਉਹ ਤਿੱਖੀ ਵਾਲ ਉਹ ਨਿੱਕੀ, ਏਤ ਮਾਰਗ ਜਾਣਾ। ਇਹ ਸਿੱਖੀ ਦਾ ਰਸਤਾ ਜਿਹੜਾ ਇਹ ਖੰਡੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਬਰੀਕ ਹੈ। ਇਹ ਖੰਡੇ ਧਾਰ ਗਲੀ ਅਤ ਭੀੜੀ, ਇਹ ਖੰਡੇ ਦੀ ਧਾਰ ਤੇ ਚੱਲਣ ਦੀ ਤਰ੍ਹਾਂ ਹੈ। ਤਾਂ ਜਿਨ੍ਹਾਂ ਨੇ ਇਸ ਮਾਰਗ ਤੇ ਚੱਲਣਾ ਕੀਤਾ ਹੈ, ਫਿਰ ਦੁਨੀਆ ਨੇ ਕਈ ਕੁਝ ਆਖਿਆ ਵੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਨੂੰ ਕੋਈ ਭੂਤਨਾ ਵੀ ਕਹਿੰਦਾ ਹੈ, ਕੋਈ ਬੇਤਾਲਾ ਵੀ ਕਹਿੰਦਾ ਹੈ, ਕੋਈ ਵਿਚਾਰਾ ਵੀ ਕਹਿੰਦਾ ਹੈ, ਕੋਈ ਕਹਿੰਦਾ ਸਾਡੇ ਵਰਗਾ ਹੀ ਆਦਮੀ ਹੈ। ਲੋਕਾਂ ਨੇ ਬੜੀਆਂ ਗੱਲਾਂ ਬਾਤਾਂ ਕੀਤੀਆਂ। ਜਦੋਂ ਇਸ ਰਾਹ ਤੇ ਕੋਈ ਚੱਲਦਾ ਮਾਰੇ ਕਹਿੰਦੇ ਇਹ ਕੁਝ ਹੁੰਦਾ। ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ, ਨਾਨਕ ਵਿਚਾਰਾ। ਭਇਆ ਦੀਵਾਨਾ ਸਾਹ ਕਾ, ਨਾਨਕ ਬਉਰਾਨਾ। ਜਦੋਂ ਮਹਾਰਾਜ ਸਾਹਿਬ ਜੀ ਨੇ ਇਸੇ ਅਸਥਾਨ ਤੋਂ ਹਰ ਰੋਜ਼ ਦੀ ਤਰ੍ਹਾਂ ਵੇਈ ਨਦੀ ਵਿੱਚ ਇਸ਼ਨਾਨ ਕਰਦਿਆਂ ਹੋਇਆਂ
ਜਿਸ ਦਿਨ ਗਰੀਬ ਨਵਾਜ ਸਾਹਿਬ ਜੀ ਨੇ ਇਹ ਬੇਰੀ ਦੀ ਦਾਤਨ ਕਰਕੇ ਇੱਥੇ ਗੱਡੀ ਤੇ ਫਿਰ ਵੇਈ ਨਦੀ ਵਿੱਚ ਪ੍ਰਵੇਸ਼ ਕੀਤਾ ਇਸ਼ਨਾਨ ਕਰਨ ਵਾਸਤੇ। ਹੁਣ ਵੇਈ ਦੇ ਵਿੱਚ ਹੀ ਮਹਾਰਾਜ ਨੇ ਚੁੱਭੀ ਲਾਈ ਤੇ ਬਾਹਰ ਨਹੀਂ ਨਿਕਲੇ। ਤੀਜੇ ਦਿਨ ਜਿਸ ਵੇਲੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ, ਜਿੱਥੇ ਅੱਜ ਕੱਲ੍ਹ ਸੋਭਾ ਪਾਉਂਦਾ ਹੈ, ਉੱਥੋਂ ਵੇਈ ਨਦੀ ਚੋਂ ਮਹਾਰਾਜ ਸਾਹਿਬ ਜੀ ਬਾਹਰ ਆਏ ਤਾਂ ਉਸ ਥਾਂ ਤੇ ਸ਼ਮਸ਼ਾਨ ਘਾਟ ਸੀ। ਮਹਾਰਾਜ ਸਾਹਿਬ ਜੀ ਨੇ ਸ਼ਮਸ਼ਾਨ ਘਾਟ ਵਿੱਚ ਆ ਕੇ ਚੌਂਕੜਾ ਲਾਇਆ। ਅੱਜ ਕੱਲ੍ਹ ਵੀ ਸ਼ਮਸ਼ਾਨ ਘਾਟ ਉੱਥੇ ਨੇੜੇ ਹੀ ਆ, ਉਹੀ ਸ਼ਮਸ਼ਾਨ ਘਾਟ ਵਾਲੀ ਥਾਂ ਹੀ ਆ। ਹੁਣ ਵੀ ਸ਼ਹਿਰ ਦਾ ਸ਼ਮਸ਼ਾਨ ਘਾਟ ਸੁਲਤਾਨਪੁਰ ਲੋਧੀ ਦਾ ਉੱਥੇ ਹੀ ਆ, ਮੰਡੀ ਦੇ ਨਾਲ ਹੀ, ਗੁਰਦੁਆਰਾ ਸੰਤ ਘਾਟ ਸਾਹਿਬ ਦੇ ਨਾਲ ਹੀ ਆ। ਤਾਂ ਇਤਿਹਾਸ 'ਚ ਲਿਖਿਆ ਹੈ ਕਿ ਮਹਾਰਾਜ ਸਾਹਿਬ ਜੀ ਸ਼ਮਸ਼ਾਨ ਘਾਟ ਦੇ ਵਿੱਚ ਚੌਂਕੜਾ ਲਾਉਂਦੇ ਆ। ਪ੍ਰੇਮੀਆਂ ਦੇ ਸ਼ਰਧਾਲੂਆਂ ਦੇ ਪੁੱਛਣ ਤੋਂ ਮਹਾਰਾਜ 3 ਦਿਨ ਕਿੱਥੇ ਰਹੇ ਹੋ? ਆਖਿਆ ਸੱਚਖੰਡ ਵਿੱਚ ਗਏ ਸਾਂ, ਨਿਰੰਕਾਰ ਦੇ ਦੇਸ਼ ਗਏ ਸਾਂ, ਕਰਤਾਰ ਦੇ ਪਾਸ ਗਏ ਸਾਂ, ਮੂਲ ਮੰਤਰ ਲੈ ਕਰਕੇ ਆਏ। ਵਾਹਿਗੁਰੂ ਨੇ ਮੂਲ ਮੰਤਰ ਦਿੱਤਾ। ਫਿਰ ਉੱਥੇ ਮਹਾਰਾਜ ਸਾਹਿਬ ਜੀ ਨੇ ਮੂਲ ਮੰਤਰ ਉਚਾਰਨ ਕੀਤਾ। ਮੂਲ ਮੰਤਰ ਸਾਹਿਬ ਉਚਾਰਨ ਦੀ ਯਾਦ ਦੇ ਵਿੱਚ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਹੈ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਫਿਰ ਉੱਥੇ ਬੈਠੇ ਆ, ਮੜੀਆਂ ਦੇ ਵਿੱਚ ਚੌਂਕੜਾ ਲਾਇਆ ਹੋਇਆ। ਉਸ ਮੌਕੇ ਤੇ ਹੀ ਲੋਕਾਂ ਨੇ ਆਖਿਆ ਸੀ, ਕਿਸੇ ਨੇ ਕੁਝ ਆਖਿਆ ਸੀ, ਕਿਸੇ ਨੇ ਇਹ ਵੀ ਕਿਹਾ ਕਿ ਇਹਨਾਂ ਨੂੰ ਘਾਟਾ ਪੈ ਗਿਆ ਹੋਣਾ ਹੈ ਮੋਦੀਖਾਨੇ ਵਿੱਚ। ਕਿਸੇ ਨੇ ਇਹ ਗੱਲ ਆਖੀ ਵੀ ਕੋਈ ਛਾਇਆ ਛੋਇਆ, ਕੋਈ ਕਸਰ ਹੋ ਗਈ ਹੈ। ਇਸ ਤਰ੍ਹਾਂ ਦਾ ਵੀ ਜ਼ਿਕਰ ਆਉਂਦਾ ਇਤਿਹਾਸ ਵਿੱਚ। ਮੁੱਲਾਂ ਨੂੰ ਵੀ ਖੜਿਆ ਸੀ ਮਹਾਰਾਜ ਸਾਹਿਬ ਜੀ ਦੇ ਸਤਿਕਾਰਯੋਗ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ ਨੇ। ਉਹ ਮੁੱਲਾਂ ਨੂੰ ਵੀ ਉਪਦੇਸ਼ ਦੇ ਕਰਕੇ ਨਿਹਾਲ ਕਰ ਦਿੱਤਾ ਸੀ ਮਹਾਰਾਜ ਸਾਹਿਬ ਜੀ। ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਤੇ ਸਤਿਗੁਰੂ ਮੜੀਆਂ ਵਿੱਚ ਬੈਠੇ ਆ, ਮੜੀਆਂ 'ਚ ਬੈਠੇ, ਉਦਾਸੀਆਂ ਆਰੰਭ ਕਰਨ ਤੋਂ ਪਹਿਲਾਂ। ਹੁਣ ਮੜੀਆਂ ਵਿੱਚ ਸ਼ਮਸ਼ਾਨ ਘਾਟ ਵਿੱਚ ਬੈਠਣ ਦਾ ਕੀ ਭਾਵ ਹੈ? ਵੀ ਦੁਨੀਆ ਦੀ ਸਾਰੀ ਲੋਕ ਲਾਜ ਜਿਹੜੀ ਉਹ ਤਿਆਗ ਦਿੱਤੀ ਹੈ। ਲੋਕ ਜੋ ਮਰਜ਼ੀ ਆਖੀ ਜਾਣ, ਜਦੋਂ ਸੰਸਾਰ ਦਾ ਭਲਾ ਕਰਨਾ, ਸੰਸਾਰ ਨੂੰ ਉਪਦੇਸ਼ ਦੇਣਾ ਹੈ, ਤੇ ਫਿਰ ਮਹਾਰਾਜ ਕਹਿੰਦੇ ਇਸ ਰਸਤੇ ਤੇ ਚੱਲਣਾ ਤੇ ਪਹਿਲਾਂ ਮਰਨਾ ਕਬੂਲਣਾ ਪੈਣਾ। ਪਹਿਲਾਂ ਮੜੀਆਂ 'ਚ ਬੈਠੇ ਮਹਾਰਾਜ ਨੇ ਆਪਣੀ ਰਸਨਾ ਤੋਂ ਜਿਵੇਂ ਆਖਿਆ ਨਾ ਵੀ ਇਹ ਮਾਰਗ ਇਸ ਤਰ੍ਹਾਂ ਦਾ ਵਾ, ਪਹਿਲਾਂ ਮਰਨਾ ਕਬੂਲਣਾ ਪੈਂਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ। ਇਸ ਰਾਹ ਤੇ ਚੱਲਦਿਆਂ ਕਿਸੇ ਨੇ ਕੁਝ ਕਹਿਣਾ, ਕਿਸੇ ਨੇ ਕੁਝ ਕਹਿਣਾ ਹੈ। ਹਾਂ, ਕਿਸੇ ਨੇ ਉਸਤਤੀ ਵੀ ਕਰਨੀ ਆ, ਪਰ ਬਹੁਤਿਆਂ ਨੇ ਨਿੰਦਿਆ ਹੀ ਕਰਨੀ ਆ। ਕਿਸੇ ਨੇ ਨਿੰਦਿਆ ਕਰਨੀ, ਕਿਸੇ ਨੇ ਉਸਤਤੀ ਕਰਨੀ ਹੈ। ਕਿਸੇ ਨੇ ਭੂਤਲਾ ਕਹਿਣਾ, ਕਿਸੇ ਨੇ ਬਤਾਲਾ ਕਹਿਣਾ, ਕਿਸੇ ਨੇ ਆਦਮੀ ਕਹਿਣਾ, ਕਿਸੇ ਨੇ ਵਿਚਾਰਾ ਕਹਿਣਾ। ਬਹੁਤ ਕੁਝ ਦੁਨੀਆ ਨੇ ਆਖਣਾ। ਇਸ ਕਰਕੇ ਪਹਿਲਾਂ ਹੀ ਮਹਾਰਾਜ ਕਹਿੰਦੇ ਵੀ ਅਸੀਂ ਤੇ ਮੜੀਆਂ 'ਚ ਬੈਠੇ ਹਾਂ। ਪਹਿਲਾਂ ਸ਼ਮਸ਼ਾਨ ਘਾਟ ਤੋਂ ਹੀ ਆਰੰਭਤਾ ਕੀਤੀ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ। ਮਹਾਰਾਜ ਨੇ ਆਖਿਆ ਇਹ ਰਾਹ ਹੀ ਇਸ ਤਰ੍ਹਾਂ ਦਾ। ਸੰਸਾਰ ਨੂੰ ਮਿਲਣ ਵਾਸਤੇ, ਸੰਸਾਰ ਦੇ ਵਿੱਚ ਪ੍ਰਵਾਨ ਹੋਣ ਵਾਸਤੇ, ਸੰਸਾਰ ਵਿੱਚ ਅੱਗੇ ਵਧਣ ਵਾਸਤੇ ਬੰਦੇ ਨੂੰ ਉੱਚਾ ਹੋਣਾ ਪੈਂਦਾ ਹੈ। ਉੱਚਾ ਸੰਸਾਰੀ ਤੌਰ ਤੇ ਉੱਚੇ ਅਹੁਦੇ ਤੇ ਜਾਂਦਾ ਹੈ। ਪਿੰਡ ਤੋਂ ਸ਼ਹਿਰ ਵਿੱਚ, ਤਹਿਸੀਲ ਵਿੱਚ, ਤਹਿਸੀਲ ਤੋਂ ਜ਼ਿਲ੍ਹੇ ਵਿੱਚ ਵੱਡੇ ਅਹੁਦੇ ਤੇ ਜਾਂਦਾ। ਸੰਸਾਰ 'ਚ ਉੱਚਾ ਹੁੰਦਾ ਤੇ ਕਹਿੰਦੇ ਸੰਸਾਰ ਵੇਖਦਾ। ਪਰ ਮਹਾਰਾਜ ਨੇ ਆਖਿਆ ਨਿਰੰਕਾਰ ਦਾ ਘਰ ਇਹ ਆ, ਇਹਦੇ 'ਚ ਨੀਵਾਂ ਹੁੰਦਾ ਤੇ ਨਿਰੰਕਾਰ ਵੇਖਦਾ। ਇਧਰਲਾ ਮਾਰਗ ਇਹ ਹੈ, ਨੀਵਾਂ ਹੋਣਾ ਪੈਂਦਾ। ਹੋ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ। ਸਾਰਿਆਂ ਦੀ ਚਰਨ ਧੂੜੀ ਹੋਣਾ ਪੈਂਦਾ, ਨੀਵਾਂ ਹੋਣਾ ਪੈਂਦਾ। ਤੇ ਨੀਵਾਂ ਵੀ ਇੰਨਾ ਮਹਾਰਾਜ ਕਹਿੰਦੇ ਵੀ ਮਰਨਾ ਕਬੂਲਣਾ ਪੈਂਦਾ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਇਹ ਪ੍ਰੇਮ ਦੀ ਖੇਲ ਹੀ ਐਸੀ ਹੈ।
ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਘੂੰਘਟ ਖੋਲ ਚੱਲੀ ਸਿਰ ਦੀਜੈ, ਸਿਰ ਦੇ ਦਿੱਤਾ ਵਾ ਆਪਣੇ ਪਿਆਰੇ ਨੂੰ, ਕਾਣ ਨਾ ਕੀਜੈ। ਹੁਣ ਸ਼ਰਮ ਕੋਈ ਹੈ ਹੀ ਨਹੀਂ, ਸੰਸਾਰੀ ਲੱਜਾ ਰਹਿ ਹੀ ਨਹੀਂ ਗਈ, ਹੁਣ ਘੁੰਡ ਖੋਲ ਹੀ ਦਿੱਤਾ, ਘੁੰਡ ਲਾ ਹੀ ਦਿੱਤਾ। ਵੇਖੋ ਸੰਸਾਰੀ ਇੱਕ ਰੀਤ ਸੀਗੀ, ਉਹਦੇ ਤੋਂ ਮਹਾਰਾਜ ਸਾਹਿਬ ਜੀ ਨੇ ਪਰਮਾਰਥ ਦਾ ਉਪਦੇਸ਼ ਬਖਸ਼ਿਸ਼ ਕੀਤਾ। ਲਾਜ ਮਰੰਤੀ ਮਰ ਗਈ, ਘੂੰਘਟ ਖੋਲ ਚੱਲੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੁਨੀਆ ਨੂੰ ਸੋਧਣ ਵਾਸਤੇ ਚੱਲੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ। ਭਾਈ ਸਾਹਿਬ ਭਾਈ ਬਾਲਾ ਜੀ ਨੂੰ, ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਨਾਲ ਲਿਆ। ਭਾਈ ਮਰਦਾਨਾ ਜੀ ਉਹਨਾਂ ਨੂੰ ਰਬਾਬ ਬਖਸ਼ਿਸ਼ ਕੀਤੀ ਇਸੇ ਧਰਤੀ ਤੇ, ਭਰਵਾਣੇ ਨਗਰ ਵਿੱਚੋਂ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਰਬਾਬ ਸਰ ਸੋਭਨੀਕ ਹੈ। ਜਿਸ ਸਥਾਨ ਦੀ ਸੇਵਾ ਇਸ ਇਲਾਕੇ ਦੇ ਸਤਿਕਾਰਯੋਗ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਰਿਆਲੀ ਵਾਲੇ, ਉਹਨਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਨੇ ਉਸ ਸਥਾਨ ਦੀ ਸੇਵਾ ਕਰਵਾਈ। ਭਰਵਾਣੇ ਨਗਰ ਦੇ ਵਿੱਚ ਗੁਰਦੁਆਰਾ ਸ੍ਰੀ ਰਬਾਬ ਸਰ ਸਾਹਿਬ, ਜਿੱਥੇ ਭਾਈ ਫਿਰੰਦਾ ਜੀ ਰਿਹਾ ਕਰਦੇ ਸਨ। ਭਾਈ ਫਿਰੰਦਾ ਜੀ ਦੇ ਪਾਸੋਂ ਭਾਈ ਮਰਦਾਨਾ ਜੀ ਨੂੰ ਭੇਜ ਕਰਕੇ ਰਬਾਬ ਮੰਗਵਾਉਣੀ, ਤੇ ਸਭ ਤੋਂ ਪਹਿਲੀ ਵਾਰੀ ਇਸੇ ਧਰਤੀ ਤੇ ਰਬਾਬ ਵੱਜੀ, ਸੁਲਤਾਨਪੁਰ ਲੋਧੀ ਦੀ ਧਰਤੀ ਤੇ, ਮਹਾਰਾਜ ਦੀ ਹਜ਼ੂਰੀ ਵਿੱਚ। ਹੁਣ ਇੱਕ ਸਿੱਖ ਨੂੰ ਰਬਾਬ ਬਖਸ਼ਿਸ਼ ਕੀਤੀ ਆ, ਭਾਈ ਬਾਲਾ ਜੀ ਮਹਾਰਾਜ ਤੇ ਚੌਰ ਕਰਨ ਦੀ ਸੇਵਾ ਕਰਦੇ, ਤੇ ਭਾਈ ਮਰਦਾਨਾ ਜੀ ਜਿਨ੍ਹਾਂ ਦੇ ਸੰਬੰਧ ਵਿੱਚ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਰਬਾਬੀ, ਕਿ ਭਾਈ ਮਰਦਾਨਾ ਜੀ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਰਬਾਬੀ। ਭਾਈ ਮਰਦਾਨਾ ਜੀ ਉਹ ਬੜੀ ਭਲੀ ਚੰਗੀ ਰਬਾਬ ਵਜਾਉਂਦੇ ਆ। ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੀਰਾਸੀ, ਭਾਈ ਸਾਹਿਬ ਨੇ ਮੀਰਾਸੀ ਲਿਖਿਆ, ਕਿਉਂਕਿ ਮਰਾਸੀ ਵੰਸ਼ ਦੇ ਵਿੱਚੋਂ ਸੀ ਨਾ, ਡੂਮ ਬਰਾਦਰੀ ਦੇ ਵਿੱਚੋਂ ਸੀ। ਜਿਵੇਂ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਡੂਮ ਦਾ ਅਰਥ ਮਰਾਸੀ ਹੈ। ਮਰਾਸੀ ਇੱਕ ਬਰਾਦਰੀ ਹੈ। ਲੋਕ ਘਿਰਨਾ ਕਰਦੇ ਸੀ, ਨੀਵੀਂ ਜਾਤ ਵਾਲਾ ਕਹਿ ਕਰਕੇ ਗਿਲਾਨੀ ਕਰਦੇ ਸੀ। ਬਾਬਾ ਜੀ ਨੇ ਰਬਾਬ ਦੇ ਕਰਕੇ ਆਪਣੇ ਸੱਜੇ ਹੱਥ ਰੱਖਿਆ ਭਾਈ ਮਰਦਾਨਾ ਜੀ ਨੂੰ। ਭਾਈ ਬਾਲਾ ਜੀ ਮਹਾਰਾਜ ਸਾਹਿਬ ਜੀ ਤੇ ਚੌਰ ਕਰਦੇ। ਤੋ ਸਤਿਗੁਰੂ ਜੀ ਨੇ ਇਹ ਵਿਤਕਰੇ ਦੂਰ ਕੀਤੇ। ਇਹ ਜਿਹੜੀ ਕਾਣ ਕਨੌੜ ਰੂਪੀ ਘੁੰਡ ਸੀ ਨਾ ਸੰਸਾਰ ਦੇ ਉੱਤੇ ਪਿਆ ਹੋਇਆ, ਇਹ ਹਿੰਦੂ ਹੈ, ਮੁਸਲਮਾਨ ਹੈ, ਇਹ ਵੱਡਾ ਹੈ, ਛੋਟਾ ਹੈ। ਹੁਣ ਭਾਈ ਮਰਦਾਨਾ ਜੀ ਮੁਸਲਮਾਨਾਂ ਵਿੱਚੋਂ, ਭਾਈ ਬਾਲਾ ਜੀ ਉਹ ਹਿੰਦੂ ਬਰਾਦਰੀ ਵਿੱਚੋਂ, ਤੇ ਦੋਨਾਂ ਨੂੰ ਆਪਣੇ ਨਾਲ ਰੱਖਿਆ, ਸੱਜੇ ਖੱਬੇ ਰੱਖਿਆ। ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ, ਤੇ ਮਹਾਰਾਜ ਸਾਹਿਬ ਜੀ ਨੇ ਚੌਹਾਂ ਚੱਕਾਂ ਵਿੱਚ ਉਪਦੇਸ਼ ਬਖਸ਼ਿਆ। ਐਸੇ ਧਰਤੀ ਤੋਂ ਹੀ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਤੇ ਫਿਰ ਬਾਬੇ ਤਾਰੇ ਚਾਰ ਚੱਕ ਨੌ ਖੰਡ, ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਕਈਆਂ ਨੇ ਆਖਿਆ ਵੀ, ਕਹਿੰਦੇ ਵੇਖੋ ਮਲਕ ਭਾਗੋ ਨੇ ਵੀ ਕਿਹਾ ਸੀ ਮਹਾਰਾਜ ਸਾਹਿਬ ਜੀ ਏਮਨਾਬਾਦ ਦੀ ਧਰਤੀ ਤੇ, ਕਹਿੰਦੇ ਤੁਸੀਂ ਸ਼ੂਦਰ ਦੇ ਘਰ ਦਾ ਤੇ ਲੰਗਰ ਪਾਣੀ ਖਾ ਰਹੇ ਹੋ, ਮੇਰੇ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਸੱਦੇ ਤੇ ਵੀ ਨਹੀਂ ਆਉਂਦੇ ਹੋ।
ਮਹਾਰਾਜ ਕਹਿੰਦੇ ਤੇਰੀ ਨਿਗਾਹ ਵਿੱਚ ਸ਼ੂਦਰ ਹੋਊਗਾ, ਸਾਡੀ ਨਿਗਾਹ 'ਚ ਸ਼ੂਦਰ ਨਹੀਂ ਹੈ। ਭਾਈ ਲਾਲੋ ਜੀ ਉਹਨਾਂ ਦੇ ਘਰੇ ਮਹਾਰਾਜ ਸਾਹਿਬ ਜੀ ਕੋਧਰੇ ਦਾ ਪ੍ਰਸ਼ਾਦਾ ਛਕਦੇ ਰਹੇ। ਮਲਕ ਭਾਗੋ ਨੇ ਉਹ ਬ੍ਰਹਮ ਭੋਜ ਵੱਡਾ ਭੰਡਾਰਾ ਕੀਤਾ ਹੋਇਆ ਸੀ ਵੀ ਮੈਂ ਬ੍ਰਹਮ ਦੇ ਨਿਮਿਤ ਭੋਜਨ ਤਿਆਰ ਕੀਤਾ ਹੈ, ਪਰਮੇਸ਼ਰ ਦੇ ਨਿਮਿਤ। ਮਹਾਰਾਜ ਕਹਿੰਦੇ ਤੇਰਾ ਕੋਈ ਬ੍ਰਹਮ ਭੋਜ ਨਹੀਂ ਹੈ। ਬ੍ਰਹਮ ਭੋਜ ਤੇ ਭਾਈ ਲਾਲੋ ਦੇ ਘਰ ਰੋਜ਼ ਹੀ ਬਣਦਾ ਹੈ। ਧਰਮ ਦੀ ਕਿਰਤ ਕਰਦਾ ਹੈ ਤੇ ਵਾਹਿਗੁਰੂ ਦੀ ਕੀਰਤੀ ਕਰਦਾ ਹੈ ਤੇ ਉਹਦੇ ਪ੍ਰਸ਼ਾਦੇ ਦੇ ਵਿੱਚ ਦੁੱਧ ਹੈ। ਕੱਢ ਦਿੱਤਾ ਸੀ ਸਾਹਮਣੇ, ਪੂੜੀਆਂ ਫੜ ਕੇ ਹੱਥ ਵਿੱਚੋਂ ਖੂਨ ਦੀ ਧਾਰਾ ਵਗਾ ਦਿੱਤੀ ਸੀ। ਕੋਧਰੇ ਦੇ ਸੁੱਕੇ ਪ੍ਰਸ਼ਾਦੇ ਵਿੱਚੋਂ ਬਾਬਾ ਜੀ ਨੇ ਦੁੱਧ ਦੀ ਧਾਰਾ ਵਗਾ ਕੇ ਵਿਖਾ ਦਿੱਤਾ ਸੀ। ਜਿਨ੍ਹਾਂ ਦੀ ਦ੍ਰਿਸ਼ਟੀ ਕੌੜੇ ਰੀਠੇ ਤੇ ਪੈ ਗਈ ਤੇ ਕੌੜਾ ਰੀਠਾ ਅੱਜ ਵੀ ਮਿੱਠੇ ਫਲ ਦਿੰਦਾ ਹੈ। ਦਾਤਨ ਕਰਕੇ ਲਾਈ ਆ ਤੇ ਗੁਰਦੁਆਰਾ ਬੇਰ ਸਾਹਿਬ ਬਣ ਗਿਆ ਹੈ। ਬਾਬਾ ਜੀ ਦੀ ਲਾਈ ਹੋਈ ਦਾਤਨ ਇਹ ਬੇਰੀ ਹਰੀ ਭਰੀ ਹੈ। ਆਪਣ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਵਣੇ ਆਣ ਕਰੀ, ਗਾੜ ਦਈ ਧਰ ਹੋਤ ਭਇਓ ਤਰ ਹੈ ਅਬਲੋ ਬਰਸੋ ਬਦਰੀ। ਉਹਨਾਂ ਨੇ ਕੁਰਾਈਆ ਵੀ ਆਖਿਆ ਸੀ ਮਹਾਰਾਜ ਸਾਹਿਬ ਜੀ, ਮਲਕ ਭਾਗੋ ਨੇ ਤੇ ਉਹਦੇ ਸਾਥੀਆਂ ਨੇ। ਭਲਾ ਕਿਉਂ ਆਖਿਆ ਸੀ ਕੁਰਾਈਆ? ਕਹਿੰਦੇ ਇਹਨਾਂ ਨੇ ਅਸਲ ਵਿੱਚ ਕੁਰਾਈਏ ਉਹ ਸਾਰੇ ਸੀ ਜਿਹੜੇ ਬਾਬਾ ਜੀ ਨੂੰ ਕੁਰਾਈਆ ਕਹਿੰਦੇ। ਉਹ ਆਪ ਕੁਰਾਈਏ ਸੀ, ਖੋਟੇ ਰਾਹ ਤੇ ਚੱਲਣ ਵਾਲੇ, ਵੱਡਾ ਤੇ ਛੋਟਾ ਕਹਿਣ ਵਾਲੇ ਵੀ ਅਸੀਂ ਵੱਡੇ ਆ ਤੇ ਬਾਕੀ ਸ਼ੂਦਰ ਵਾ ਸਾਰੇ ਨੀਵੇਂ ਆ, ਇਹ ਨੀਚ ਜਾਤ ਵਾਲੇ। ਤੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਨਾਲ ਰੱਖਿਆ, ਭਾਈ ਬਾਲਾ ਜੀ ਨੂੰ ਨਾਲ ਰੱਖਿਆ, ਭਾਈ ਲਾਲੋ ਦੇ ਘਰੇ ਜਾ ਕੇ ਕੋਧਰੇ ਦੇ ਪ੍ਰਸ਼ਾਦੇ ਛਕੇ। ਜਿਸ ਭਾਈ ਲਾਲੋ ਨੂੰ ਉਹ ਉੱਚ ਜਾਤੀ ਦੇ ਲੋਕ ਸ਼ੂਦਰ ਕਹਿੰਦੇ ਸੀ, ਨੀਵਾ ਕਹਿੰਦੇ ਸੀ, ਨੀਚ ਕਹਿੰਦੇ ਸੀ, ਮਹਾਰਾਜ ਉਹਦੇ ਘਰੇ ਗਏ ਤੇ ਉਹਨਾਂ ਨੇ ਬਾਬਾ ਜੀ ਨੂੰ ਵੀ ਕੁਰਾਈਆ ਅੱਖਰ ਵਰਤਿਆ। ਕਹਿੰਦੇ ਇਹ ਕੁਰਾਈਆ ਹੈ ਵੀ ਇਹ ਨੀਵੀਂ ਜਾਤੀ ਵਾਲਿਆਂ ਦੇ ਨਾਲ ਸੰਬੰਧ ਰੱਖਦੇ। ਪਰ ਮਹਾਰਾਜ ਸਾਹਿਬ ਨੇ ਉੱਥੇ ਫਰਮਾਇਆ ਸੀ, ਗਰੀਬ ਨਵਾਜ ਸਾਹਿਬ ਕਹਿੰਦੇ ਅਸੀਂ ਇਹਨਾਂ ਦੇ ਨਾਲ ਵਾਂ। ਨੀਚਾਂ ਅੰਦਰ ਨੀਚ ਜਾਤ, ਨੀਚੇ ਹੋ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ। ਮਹਾਰਾਜ ਕਹਿੰਦੇ ਜਿੱਥੇ ਨੀਚਾਂ ਨੂੰ ਸੰਭਾਲਿਆ ਜਾਂਦਾ, ਇਹ ਕਰਤਾਰ ਉੱਥੇ ਤੇਰੀ ਨਜ਼ਰ ਹੁੰਦੀ, ਉੱਥੇ ਤੇਰੀ ਬਖਸ਼ਿਸ਼ ਹੁੰਦੀ ਆ। ਅਸੀਂ ਤਾਂ ਨੀਵਿਆਂ ਦੇ ਨਾਲ ਆ ਜਿਨ੍ਹਾਂ ਨੂੰ ਲੋਕ ਨੀਵੇਂ ਕਹਿੰਦੇ ਆ। ਇਹ ਘੁੰਡੀ ਚੁੱਕ ਦਿੱਤਾ ਬਾਬਾ ਜੀ ਨੇ ਆਪ ਤੇ ਨੀਵਿਆਂ ਨੂੰ ਉੱਚੇ ਕੀਤਾ। ਤਾਂ ਹੀ ਗੁਰੂ ਸਾਹਿਬ ਨੂੰ ਗਰੀਬ ਨਿਵਾਜ ਆਖਿਆ ਜਾਂਦਾ ਨਾ, ਗਰੀਬ ਨਿਵਾਜ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਸ਼ਤੁਰ ਧਰੈ। ਗਰੀਬਾਂ ਨੂੰ ਨਿਵਾਜਣ ਵਾਲਾ ਮਾਲਕ, ਗਰੀਬਾਂ ਨੂੰ ਨਿਵਾਜ ਕੇ ਗਰੀਬਾਂ ਦੇ ਸਿਰ ਤੇ ਛਤਰ ਚਲਾ ਦਿੰਦੇ ਆ। ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਆ, ਸ਼ੂਦਰ ਕਹਿੰਦੇ ਆ, ਨੀਵੇਂ ਕਹਿੰਦੇ ਆ, ਉਹਨਾਂ ਨੂੰ ਮਹਾਰਾਜ ਵੱਡੇ ਕਰ ਦਿੰਦੇ। ਵੱਡੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਹੋ ਚਾਹੋ ਕੁੰਟ ਮਾਨੈ। ਗੁਰੂ ਸਾਹਿਬ ਜੀ ਨੇ ਆਪ ਸਾਰੇ ਘੁੰਡ ਚੁੱਕ ਦਿੱਤੇ, ਆਪ ਸਾਰੀ ਇਹ ਲੋਕ ਲਾਜ ਦੂਰ ਕਰ ਦਿੱਤੀ। ਤੇ ਮਹਾਰਾਜ ਸਾਹਿਬ ਜੀ ਨੇ ਦੱਸਿਆ, ਭਾਈ ਇਹ ਜਿਹੜਾ ਮਾਰਗ ਹੈ ਨਾ, ਇਹ ਸੰਸਾਰੀ ਲੱਜਾ ਨੂੰ ਮਾਰ ਕੇ ਚੱਲਣ ਵਾਲਾ ਵਾ। ਜਦੋਂ ਗੁਰੂ ਕੀ ਕਿਰਪਾ ਹੁੰਦੀ ਹੈ ਤੇ ਜੀਵ ਰੂਪ ਇਸਤਰੀ ਫਿਰ ਸੰਸਾਰੀ ਲਾਜ ਜਿਹੜੀ ਪਹਿਲਾਂ ਉਹਦੇ ਚ ਮਰਦੀ ਸੀ ਨਾ, ਜਦੋਂ ਗੁਰੂ ਕੀ ਕਿਰਪਾ ਹੁੰਦੀ ਹੈ ਤੇ ਫਿਰ ਇਹ ਸੰਸਾਰੀ ਲੋਕ ਲਾਜ ਜਿਹੜੀ ਉਹਦੇ ਅੰਦਰੋਂ ਮਰ ਜਾਂਦੀ ਹੈ। ਤੇ ਫਿਰ ਇਹ ਸੰਸਾਰੀ ਕਾਨ ਕਨੌੜ ਦਾ ਘੁੰਡ ਖੋਲ ਕਰਕੇ ਉਹ ਜੀਵ ਰੂਪ ਇਸਤਰੀ ਪਰਮਾਤਮਾ ਪਤੀ ਨੂੰ ਮਿਲਣ ਵਾਸਤੇ ਇਸ ਪਰਮਾਰਥ ਦੇ ਇਸ ਭਾਉ ਭਗਤੀ ਦੇ ਰਸਤੇ ਤੇ ਚੱਲਦੀ ਹੈ। ਸਾਸ ਜਵਾਨੀ ਬਾਵਰੀ ਸਿਰ ਤੇ ਸੰਕਟ ਲਈ। ਤੇ ਉਹ ਪਤੀ ਪਤਨੀ ਦਾ ਜੋ ਸੰਬੰਧ ਹੈ ਤੇ ਫਿਰ ਉਸ ਇਸਤਰੀ ਦੇ ਉੱਪਰ ਸੱਸ ਹੁੰਦੀ ਹੈ ਨਾ, ਸੱਸ ਦਾ ਵੀ ਇੱਕ ਸੰਬੰਧ ਹੈ ਸੰਸਾਰ ਦੇ ਵਿੱਚ। ਇੱਥੇ ਮਹਾਰਾਜ ਸਾਹਿਬ ਜੀ ਸੱਸ ਦਾ ਵੀ ਜ਼ਿਕਰ ਕਰਦੇ ਆ, ਸਾਸ ਦੀਵਾਨੀ ਬਾਵਰੀ। ਕਿ ਜਿਹੜੀ ਦੀਵਾਨੀ
ਉਹ ਸੱਸ ਸੀ ਨਾ ਦੀਵਾਨੀ ਜੀ, ਕਮਲੀ ਜੀ, ਉਹ ਕਮਲਿਆਂ ਕਰਨ ਵਾਲੀ, ਦੀਵਾਨੀ ਕਰਨ ਵਾਲੀ, ਹਰ ਵੇਲੇ ਟੋਕਣ ਵਾਲੀ, ਉਹ ਬਾਵਰੀ ਬਾਵਰੀ ਹੋ ਗਈ ਹੈ ਸੱਸ। ਇੱਥੇ ਸੱਸ ਮਾਰੇ ਅਵਿਦਿਆ ਨੂੰ ਕਹਿੰਦੇ, ਸ਼ੰਕੇ ਬਿਰਤੀ ਨੂੰ ਕਹਿੰਦੇ ਹਨ। ਜੋ ਅਵਿਦਿਆ ਰੂਪੀ ਸੱਸ ਸੀ ਨਾ, ਗਿਆਨਤਾ ਰੂਪੀ ਸੱਸ, ਜੋ ਦੀਵਾਨੀ ਕਰਨ ਵਾਲੀ ਸੀ, ਉਹ ਆਪ ਹੀ ਬਾਵਰੀ ਹੋ ਗਈ ਹੈ, ਆਪ ਹੀ ਕਮਲੀ ਹੋ ਗਈ ਹੈ। ਸਿਰ ਤੇ ਸੰਕਟ ਵਾਲੀ, ਸਿਰ ਦੇ ਉੱਤੇ ਸ਼ੰਕਾ ਬਣਿਆ ਰਹਿੰਦਾ ਸੀ ਇਸ ਅਗਿਆਨਤਾ ਅਵਿਦਿਆ ਰੂਪੀ ਤੇ ਸ਼ੰਕੇ ਰੂਪੀ ਬਿਰਤੀ ਜਿਹੜੀ ਸੱਸ ਦਾ, ਹੁਣ ਉਹ ਸ਼ੰਕਾ ਹੀ ਟਲ ਗਿਆ ਸਿਰ ਦੇ ਉੱਤੋਂ, ਤੇ ਸਾਰੀ ਕਾਣ ਕਨੌੜੀ ਦੂਰ ਹੋ ਗਈ ਹੈ। ਅਗਿਆਨਤਾ ਰੂਪੀ ਜਿਹੜੀ ਸੱਸ ਸੀ ਉਹ ਦੀਵਾਨੀ ਬਾਵਰੀ ਹੋ ਗਈ ਹੈ, ਕਮਲੀ ਹੋ ਗਈ ਹੈ, ਉਹਨੂੰ ਤਿਆਗ ਹੀ ਦਿੱਤਾ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਸਾਹਿਬ ਜੀ, 28 ਸਾਲ ਦੀ ਸਰੀਰ ਕਾਰਬਲਾ ਸੀ। ਆਪ ਜੀ ਦਾ ਪਹਿਲਾ ਨਾਮ ਹੈ ਬਾਬਾ ਲਹਿਣਾ ਜੀ। ਪਹਿਲਾ ਮਿਲਾਪ ਹੁੰਦਾ ਹੈ 1599 ਬਿਕਰਮੀ ਸੰਮਤ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨਾਲ। ਪਹਿਲੇ ਦਿਨ ਜਦੋਂ ਧਰਮਸ਼ਾਲਾ ਵਿੱਚ ਜਾ ਕੇ ਬਾਬਾ ਜੀ ਦੇ ਦਰਸ਼ਨ ਕਰਦੇ ਆ ਤੇ ਦਰਸ਼ਨ ਵੇਖ ਕੇ ਨਿਹਾਲ ਹੁੰਦੇ ਆ, ਚਰਨਾਂ ਤੇ ਨਮਸਕਾਰ ਕਰਦੇ ਆ ਤੇ ਨਾਲੇ ਬੇਨਤੀ ਕਰਦੇ, ਮਹਾਰਾਜ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਪਿੱਛੋਂ ਹੀ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਾਬਾ ਲਹਿਣਾ ਜੀ ਨੂੰ ਰਸਤਾ ਦੱਸਦੇ ਹੋਏ ਧਰਮਸ਼ਾਲਾ ਦਾ ਤੇ ਘੋੜੀ ਦੀਆਂ ਵਾਗਾਂ ਫੜ ਕੇ ਧਰਮਸ਼ਾਲਾ ਤੀਕ ਲੈ ਕੇ ਆਏ ਸੀ। ਕਰਤਾਰਪੁਰ ਸਾਹਿਬ ਨਗਰ ਦੇ ਬਾਹਰ ਵਾਰੋਂ ਰਾਹ ਦੱਸਦੇ ਹੋਏ ਆ, ਘੋੜੀ ਦੀਆਂ ਵਾਗਾਂ ਫੜ ਕੇ ਧਰਮਸ਼ਾਲਾ ਤੀਕ ਲੈ ਕੇ ਆਏ ਸਨ। ਬਾਬਾ ਲਹਿਣਾ ਜੀ ਘੋੜੀ ਤੇ ਸਵਾਰ ਸੀ। ਬੇਨਤੀ ਕੀਤੀ, ਮਹਾਰਾਜ ਮੈਨੂੰ ਪਤਾ ਨਹੀਂ ਸੀ, ਮੈਂ ਭੁੱਲ ਗਿਆ, ਮਾਫੀ ਦੇ ਦਿਓ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ। ਪੁਰਖਾ ਤੇਰਾ ਨਾਂ ਕੀ ਹੈ? ਜੀ ਮੇਰਾ ਨਾਂ ਹੈ ਲਹਿਣਾ। ਤੇ ਸਤਿਗੁਰੂ ਕਹਿੰਦੇ ਵੀ ਲਹਿਣੇਦਾਰ ਘੋੜੀਆਂ ਤੇ ਹੀ ਚੜ ਕੇ ਆਉਂਦੇ ਹੁੰਦੇ, ਤੂੰ ਲੈਣਾ ਤੇ ਅਸੀਂ ਦੇਣਾ। ਇਹ ਬਚਨ ਮਹਾਰਾਜ ਸਾਹਿਬ ਜੀ ਨੇ ਕੀਤਾ ਪਹਿਲੇ ਮਿਲਾਪ ਵਿੱਚ। ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਰਹੇ, ਮਹਾਰਾਜ ਦੀ ਆਗਿਆ ਲੈ ਕੇ ਕਈ ਵਾਰੀ ਆਪਣੇ ਮਹਿਲ ਮਾਤਾ ਖੀਵੀ ਜੀ ਨੂੰ ਤੇ ਆਪਣੇ ਬੱਚਿਆਂ ਨੂੰ, ਧੀਆਂ ਪੁੱਤਰਾਂ ਨੂੰ ਮਿਲਣ ਵਾਸਤੇ ਖਡੂਰ ਸਾਹਿਬ ਆਉਣਾ, ਪਰ ਛੇਤੀ ਵਾਪਸ ਚਲੇ ਜਾਣਾ। ਇੱਕ ਵਾਰੀ ਇੱਥੋਂ ਖਡੂਰ ਸਾਹਿਬ ਆਪਣੇ ਪਰਿਵਾਰ ਨੂੰ ਮਿਲ ਕਰਕੇ ਪਰਮ ਪਵਿੱਤਰ ਬਾਬਾ ਲਹਿਣਾ ਜੀ ਸ੍ਰੀ ਕਰਤਾਰਪੁਰ ਸਾਹਿਬ ਜਾਣ ਲੱਗੇ ਤੇ ਨਾਲ ਇੱਕ ਲੂਣ ਦੀ ਪੰਡ, ਲੂਣ ਦਾ ਵੱਡਾ ਤੋੜਾ, ਉਹ ਵੀ ਆਪਣੇ ਸੀਸ ਤੇ ਚੁੱਕ ਕਰਕੇ ਲੈ ਕੇ ਗਏ। ਗੁਰੂ ਦਾ ਲੰਗਰ ਬੜਾ ਵੱਡਾ ਚੱਲਦਾ ਹੈ, ਬਹੁਤਾ ਲੂਣ ਵੀ ਗੁਰੂ ਕੇ ਲੰਗਰ ਦੇ ਵਿੱਚ ਲੱਗਦਾ ਹੈ। ਤਾਂ ਉਸ ਵੇਲੇ ਜਦੋਂ ਲੂਣ ਲੈ ਕਰਕੇ ਗਏ, ਜਾ ਕੇ ਗੁਰੂ ਘਰ ਦੇ ਵਿੱਚ ਉਹ ਲੂਣ ਦੀ ਪੰਡ ਲਾਈ ਤੇ ਧੰਨ ਮਾਤਾ ਸੁਲੱਖਣੀ ਜੀ ਦੇ ਦਰਸ਼ਨ ਹੋਏ। ਮਾਤਾ ਸੁਲੱਖਣੀ ਜੀ ਨੂੰ ਨਮਸਕਾਰ ਕਰਕੇ ਪੁੱਛਿਆ, ਮਾਤਾ ਜੀ ਸਤਿਗੁਰੂ ਜੀ ਕਿੱਥੇ ਹਨ? ਤੇ ਮਾਤਾ ਜੀ ਨੇ ਆਖਿਆ ਵੀ ਸਤਿਗੁਰੂ ਜੀ ਬਾਹਰ ਖੇਤਾਂ ਵਿੱਚ ਸਿੱਖਾਂ ਸੇਵਕਾਂ ਨੂੰ ਨਾਲ ਲੈ ਕਰਕੇ ਤੇ ਕੰਮ ਕਰ ਰਹੇ। ਮਹਾਰਾਜ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਪ ਹਲ ਵਾਹਿਆ, ਆਪ ਖੇਤੀ ਕੀਤੀ ਹੈ। ਤੇ ਉਹਨਾਂ ਦਿਨਾਂ ਦੇ ਵਿੱਚ ਝੋਨਾ ਲਾਇਆ ਹੋਇਆ ਸੀ ਕਿ ਝੋਨੇ ਦੇ ਵਿੱਚੋਂ ਕੱਖ ਕਾਣ ਮਹਾਰਾਜ ਸਾਹਿਬ ਜੀ ਕੱਢ ਰਹੇ ਸੀ ਤੇ ਸਿੱਖਾਂ ਸੇਵਕਾਂ ਨੂੰ ਨਾਲ ਲਾ ਕਰਕੇ ਵਿੱਚੋਂ ਕਢਾ ਰਹੇ ਸੀ। ਉਹਨਾਂ ਦਿਨਾਂ ਵਿੱਚ ਉਦੋਂ ਖੂਹ ਦਾ ਪਾਣੀ, ਖੂਹ ਦੇ ਨਾਲ ਝੋਨਾ ਲਾਇਆ ਜਾਂਦਾ ਸੀ। ਪਹਿਲਾਂ ਖੂਹਾਂ ਦੇ ਨਾਲ ਹੀ ਲੋਕ ਫਸਲਾਂ ਬੀਜਦੇ ਸੀ। ਉਹ ਜਿਸ ਵੇਲੇ ਕੱਢ ਰਹੇ ਆ ਤੇ ਬਾਬਾ ਲਹਿਣਾ ਜੀ ਵੀ ਜਾ ਕਰਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਆਗਿਆ ਦਿਓ, ਮੈਂ ਵੀ ਇਹ ਸੇਵਾ ਕਰਾਂ ਆਪ ਜੀ ਦੇ ਨਾਲ, ਵੀ ਉਹ ਝੋਨੇ ਦੇ ਵਿੱਚੋਂ ਕੱਖ ਕਾਣ ਕੱਢਣਾ। ਆਮ ਆਪਣੀ ਬੋਲੀ ਚ ਇੱਧਰ ਪਿੰਡਾਂ ਚ ਆਪਾਂ ਕਹਿੰਦੇ ਝੋਨੇ ਚੋਂ ਗੰਦ ਕੱਢਣਾ, ਵੀ ਉਹ ਸਵਾਂਖ ਦੇ ਬੂਟੇ ਵਿੱਚੋਂ ਕੱਢਣੇ, ਡੀਲਾ ਕੱਢਣਾ, ਹੋਰ ਜਿਹੜਾ ਕੱਖ ਕਾਣ ਉਹ ਕੱਢਣਾ।
ਤੇ ਜਿਸ ਵੇਲੇ ਆਗਿਆ ਲੈ ਕਰਕੇ ਬਾਬਾ ਲਹਿਣਾ ਜੀ ਕੱਢਣ ਲੱਗੇ, ਉਹਨਾਂ ਨੇ ਕਦੀ ਐਸਾ ਜ਼ਿਕਰ ਆਇਆ ਵੀ ਨਹੀਂ ਕੱਢਿਆ ਸੀ ਪਹਿਲਾਂ ਕਦੀ। ਉਹ ਵਿੱਚ ਵਿੱਚ ਝੋਨੇ ਦੇ ਬੂਟੇ ਵੀ ਪੁੱਟੀ ਜਾਂਦੇ। ਮਹਾਰਾਜ ਕਹਿਣ ਲੱਗੇ, ਪੁਰਖਾ ਤੂੰ ਦੁਕਾਨ ਕਰਦਾ ਰਿਹਾ ਹੈ, ਤੂੰ ਖੇਤੀ ਨਹੀਂ ਕੀਤੀ, ਇਸ ਕਰਕੇ ਤੈਨੂੰ ਪਤਾ ਨਹੀਂ ਹੈ, ਤੇ ਤੂੰ ਇਹ ਨਾ ਕੱਢ। ਆ ਜਿਹੜੀਆਂ ਢੇਰੀਆਂ ਲੱਗੀਆਂ ਵਾ ਵੱਟਾਂ ਦੇ ਉੱਤੇ ਤੇ ਜਿਹੜੀਆਂ ਵਿੱਚ ਲੱਗੀਆਂ, ਇਹਨਾਂ ਨੂੰ ਇੱਕ ਥਾਂ ਕਰਕੇ ਤੇ ਪੰਡ ਪਾ। ਹੁਣ ਜਿਹੜਾ ਵਿੱਚ ਪਾਣੀ ਦੇ ਵਿੱਚ ਰੱਖਿਆ ਹੋਇਆ ਸੀ ਸਵਾਂਖ ਪੁੱਟ ਪੁੱਟ ਕੇ, ਉਹ ਜਦੋਂ ਪੱਲੀ ਵਿਛਾ ਕਰਕੇ ਉਹਦੀ ਪੰਡ ਪਾਈ ਤੇ ਵਿੱਚੋਂ ਚਿੱਕੜ ਵੀ ਆ ਮੁੱਢਾਂ ਦੇ ਨਾਲ ਲੱਗਾ ਹੋਇਆ, ਪਾਣੀ ਦੇ ਨਾਲ ਵੀ ਭਿੱਜਾ ਹੋਇਆ ਸਾਰਾ ਸਵਾਂਖ, ਉਹ ਪੰਡ ਭਾਈ ਤੇ ਮਹਾਰਾਜ ਸਾਹਿਬ ਜੀ ਨੇ ਬਣਾ ਕੇ ਆਖਿਆ, ਪੁਰਖਾ ਇਹ ਚੁੱਕ ਸਿਰ ਤੇ ਪਸ਼ੂਆਂ ਵਾਸਤੇ ਲੈ ਜਾ ਧਰਮਸ਼ਾਲਾ, ਇਹ ਪਸ਼ੂਆਂ ਨੂੰ ਪਾ ਦਿੰਨੇ ਆ। ਸਵਾਂਕ ਵਿੱਚੋਂ ਪਾਣੀ ਚੋਂਦਾ, ਚਿੱਕੜ ਵੀ ਮੁੱਢਾਂ ਨੂੰ ਲੱਗਾ ਹੋਇਆ। ਜਦੋਂ ਸਿਰ ਤੇ ਚੁਕਾਈ, ਚਿੱਟੇ ਵਸਤਰ ਪਹਿਨੇ ਹੋਏ ਸੀ ਬਾਬਾ ਲਹਿਣਾ ਜੀ, ਸਾਫ ਸੁਥਰੇ ਚਿੱਟੇ ਸਫੈਦ। ਉਹ ਪਾਣੀ ਚੋਂਦਾ, ਇਹ ਪੰਡ ਸਿਰ ਤੇ ਰੱਖ ਦਿੱਤੀ ਬਾਬਾ ਜੀ ਨੇ ਚੁਕਾ ਕੇ। ਸਾਰਾ ਹੀ ਪਾਣੀ ਚੋ ਚੋ ਕੇ ਵਿੱਚੋਂ ਉਹ ਸਵਾਂਖ ਦੇ ਵਿੱਚੋਂ ਚਿੱਕੜ, ਮੁੱਢਾਂ ਦੇ ਵਿੱਚੋਂ ਚਿੱਕੜ ਚੋ ਚੋ ਕੇ ਕੱਪੜਿਆਂ ਉੱਤੇ ਪੈ ਗਿਆ, ਤੇ ਚਿੱਟੇ ਕੱਪੜੇ ਜਿਹੜੇ ਸੀ ਸਾਰੇ ਹੀ ਖਰਾਬ ਹੋ ਗਏ। ਪਰ ਮਨ ਵਿੱਚ ਕੋਈ ਸ਼ੰਕਾ ਨਹੀਂ ਆਇਆ, ਕੋਈ ਇਸ ਤਰ੍ਹਾਂ ਦਾ ਭਾਵ ਨਹੀਂ ਆਇਆ, ਕਿਉਂਕਿ ਗੁਰੂ ਸਾਹਿਬ ਦਾ ਪ੍ਰੇਮ ਹੈ। ਜਦੋਂ ਲੈ ਕਰਕੇ ਗਏ ਧਰਮਸ਼ਾਲਾ, ਪਸ਼ੂਆਂ ਦੇ ਅੱਗੇ ਪੰਡ ਸੁੱਟੇ ਹੈ। ਮਾਤਾ ਸੁਲੱਖਣੀ ਜੀ ਨੇ ਵੇਖਿਆ ਵੀ ਆਹ ਜਿਹੜਾ ਸਿੱਖ ਖਡੂਰ ਤੋਂ ਆਇਆ ਚੱਲ ਕੇ, ਉਦੋਂ ਪਹਿਲਾਂ ਖਡੂਰ ਹੀ ਕਹਿੰਦੇ ਹੁੰਦੇ ਸੀ, ਖਡੂਰ ਸਾਹਿਬ ਤੇ ਬਾਅਦ ਵਿੱਚ ਆਖਣ ਲੱਗੇ ਨਾ ਮਹਾਰਾਜ ਜਦੋਂ ਗੁਰਤਾ ਗੱਦੀ ਦੇ ਮਾਲਕ ਬਣੇ ਦੂਜੇ ਪਾਤਸ਼ਾਹ, ਫਿਰ ਖਡੂਰ ਨੂੰ ਖਡੂਰ ਸਾਹਿਬ ਕਹਿਣ ਲੱਗੇ। ਪਹਿਲਾਂ ਕੱਲਾ ਹੀ ਖਡੂਰ ਸੀ, ਜਿਵੇਂ ਸ੍ਰੀ ਬਾਬਾ ਬਕਾਲਾ ਸਾਹਿਬ, ਪਹਿਲਾਂ ਕੱਲਾ ਹੀ ਬਕਾਲਾ ਸੀ ਪਿੰਡ ਦਾ ਨਾਮ। ਫਿਰ 9ਵੇਂ ਪਾਤਸ਼ਾਹ ਜਦੋਂ ਉੱਥੋਂ ਪ੍ਰਗਟ ਹੋਏ ਆ ਤੇ 8ਵੇਂ ਪਾਤਸ਼ਾਹ ਦੇ ਬਚਨਾਂ ਨਾਲ ਸ੍ਰੀ ਬਾਬਾ ਬਕਾਲਾ ਸਾਹਿਬ ਕਹਿਣ ਲੱਗੇ, ਪਹਿਲਾਂ ਕੱਲਾ ਹੀ ਬਕਾਲਾ ਸੀ। ਮਾਤਾ ਸੁਲੱਖਣੀ ਜੀ ਨੇ ਵੇਖਿਆ ਵੀ ਜਿਹੜਾ ਸਿੱਖ ਖਡੂਰ ਤੋਂ ਚੱਲ ਕੇ ਆਇਆ, ਕਿੱਡੇ ਸਾਫ ਸੁਥਰੇ ਕੱਪੜੇ ਪਾਏ ਹੋਏ ਸੀ, ਤੇ ਸਤਿਗੁਰਾਂ ਨੇ ਆ ਪੰਡ ਚੁਕਾ ਕਰਕੇ ਤੇ ਪਾਣੀ ਤੇ ਚਿੱਕੜ, ਉਹਦੇ ਸਾਰੇ ਕੱਪੜੇ ਖਰਾਬ ਹੋ ਗਏ। ਇੰਨੇ ਚਿਰ ਨੂੰ ਸ਼ਾਮਾਂ ਦਾ ਸਮਾਂ ਸੀ, ਸਤਿਗੁਰੂ ਜੀ ਵੀ ਸਿੱਖਾਂ ਸੇਵਕਾਂ ਦੇ ਨਾਲ ਖੇਤਾਂ ਦੇ ਵਿੱਚੋਂ ਵਾਪਸ ਆ ਗਏ ਘਰ ਵਿੱਚ। ਮਾਤਾ ਜੀ ਨੇ ਬੇਨਤੀ ਕੀਤੀ, ਧੰਨ ਮਾਤਾ ਸੁਲੱਖਣੀ ਜੀ ਨੇ, ਕਿ ਸਤਿਗੁਰੂ ਜੀ ਆ ਤੁਸੀਂ ਸਿੱਖਾਂ ਦਾ ਚੰਗਾ ਸਤਿਕਾਰ ਕਰਦੇ ਹੋ। ਆ ਖਡੂਰ ਤੋਂ ਚੱਲ ਕਰਕੇ ਸਿੱਖ ਆਇਆ ਸੀ, ਲੰਗਰ ਵਾਸਤੇ ਰਸਦ ਵੀ ਲੈ ਕੇ ਆਇਆ, ਤੇ ਕਿੱਡੇ ਸੋਹਣੇ ਸਫੈਦ ਚਿੱਟੇ ਕੱਪੜੇ ਸੀ ਉਹਦੇ, ਤੁਸੀਂ ਪੰਡ ਚੁਕਾ ਕਰਕੇ ਚਿੱਕੜ ਨਾਲ ਸਿੱਖ ਦੇ ਸਾਰੇ ਕੱਪੜੇ ਖਰਾਬ ਕਰ ਦਿੱਤੇ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਸੁਲੱਖਣੀਏ ਇਹ ਚਿੱਕੜ ਨਹੀਂ ਹੈ, ਇਹ ਤਾਂ ਚੰਦਨ ਤੇ ਕੇਸਰ ਛਿੜਕਿਆ ਸੀ, ਇਹ ਪੰਡ ਨਹੀਂ ਹੈ, ਇਹ ਤਾਂ ਦੀਨ ਦੁਨੀ ਦਾ ਛਤਰ ਝੁਲਾਇਆ ਇਹਦੇ ਸਿਰ ਦੇ ਉੱਤੇ। ਇਹ ਮਹਾਰਾਜ ਸਾਹਿਬ ਜੀ ਨੇ ਐਸੇ ਬਚਨ ਕੀਤੇ। ਹੁਣ ਲੋਕ ਲਾਜ ਵਿੱਚ ਚੱਲਣ ਵਾਲਾ ਜਿਹੜਾ ਬੰਦਾ ਹੈ, ਉਹ ਤਾਂ ਆਪਣੇ ਕੱਪੜੇ ਲਿਬੜਨ ਤੋਂ ਡਰੇਗਾ ਹੀ, ਪਰ ਬਾਬਾ ਲਹਿਣਾ ਜੀ ਨੇ ਸੇਵਾ ਕੀਤੀ ਤੇ ਲੋਕ ਲਾਜ ਦਾ ਘੁੰਡ ਚੁੱਕ ਕੇ ਕੀਤੀ, ਲੋਕ ਲਾਜ ਦਾ ਘੁੰਡ ਲਾ ਕੇ। ਲਾਜ ਮਰੰਤੀ ਮਰ ਗਈ, ਉਹ ਲੱਜਾ ਅੰਦਰੋਂ ਮਾਰੀ ਗਈ ਵੀ ਲੋਕ ਕੀ ਕਹਿਣਗੇ। ਘੂੰਘਟ ਖੋਲ ਚੱਲੀ, ਘੁੰਡ ਖੋਲ ਕੇ ਹੀ ਚੱਲ ਗਏ, ਚੱਲ ਪਏ ਇਸ ਰਾਹ ਦੇ ਉੱਤੇ। ਫਿਰ 7 ਸਾਲ ਸੇਵਾ ਕੀਤੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ। 1599 ਨੂੰ ਮਿਲਾਪ ਹੁੰਦਾ ਹੈ, 1596 ਤੱਕ, ਤੇ 7 ਸਾਲ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਧੀ ਰਾਤ ਵੀ ਅੱਜ ਆਵਾਜ਼ ਮਾਰੀ ਆ ਨਾ, ਤੇ ਉਸੇ ਵੇਲੇ 7 ਬਚਨ ਕਹਿ ਕਰਕੇ ਸੇਵਾ ਦੇ ਵਿੱਚ ਚੱਲ ਪਏ। ਅੱਧੀ ਰਾਤ ਵੀ ਆਖਿਆ, ਪੁਰਖਾ ਆ ਕੱਪੜੇ ਧੋ ਕੇ ਲਿਆ, 7 ਬਚਨ ਜੀ। ਮਹਾਰਾਜ ਨੇ ਕਈ ਵਾਰੀ ਪਰਖਣ ਵਾਸਤੇ ਮੌਜ ਦੇ ਮਾਲਕ ਸਤਿਗੁਰੂ ਜੀ ਨੇ ਕਹਿਣਾ, ਰਾਵੀ ਤੋਂ ਧੋ ਕੇ ਲਿਆਓ ਕੱਪੜੇ, ਉੱਥੇ ਚਲੇ ਜਾਣਾ। ਰਾਤ ਨੂੰ ਹੀ ਕਹਿ ਦੇਣਾ ਧਰਮਸ਼ਾਲਾ ਦੀ ਕੰਧ ਡਿੱਗੀ ਆ ਤੇ ਪੁਰਖਾ ਕਰੋ 7 ਬਚਨ ਜੀ, ਅੱਧੀ ਰਾਤ ਹੀ ਲੱਗ ਪੈਣਾ ਕਰਨ। ਸਾਰਾ ਲੋਕ ਲਾਜ ਤੇ ਦੁਨੀਆਦਾਰੀ ਦਾ ਘੁੰਡ ਲਾ ਹੀ ਦਿੱਤਾ ਤੇ ਐਸੀ ਸੇਵਾ ਕੀਤੀ। ਫਿਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ
ਖੁਸ਼ ਹੋ ਕਰਕੇ ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦੈ ਸਹਿ ਟਿੱਕਾ ਦਿੱਤੋ ਸਜੀਵਦੈ। ਦੁਨੀਆ ਫਿਰ ਹੈਰਾਨ ਹੋ ਗਈ ਸੀ ਵੀ ਜਿਸ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਸਾਰਾ ਸੰਸਾਰ ਝੁਕਿਆ, ਜਿਸ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕਿਸੇ ਦੇ ਅੱਗੇ ਆਪਣਾ ਸਿਰ ਨਹੀਂ ਝੁਕਾਇਆ, ਸਾਰਾ ਸੰਸਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕਿਆ। ਭਾਈ ਗੁਰਦਾਸ ਸਾਹਿਬ ਨੇ ਇੱਕ ਪੌੜੀ 'ਚ ਕਹਿ ਦਿੱਤਾ ਨਾ, ਗੜ ਬਗਦਾਦ ਨਿਵਾਏ ਕੈ, ਮੱਕਾ ਮਦੀਨਾ ਸਭ ਨਿਵਾਇਆ, ਸਿੱਧ 84 ਮੰਡਲੇ, ਖਟ ਦਰਸ਼ਨ ਪਾਖੰਡ ਜਨਾਇਆ, ਪਾਤਾਲਾਂ ਆਕਾਸ਼ ਲਖ, ਜਿੱਤੀ ਧਰਤੀ ਜਗਤ ਸਬਾਇਆ, ਜਿੱਤੀ ਨਵਖੰਡ ਮੇਦਨੀ, ਸਤਨਾਮ ਦਾ ਚੱਕਰ ਫਿਰਾਇਆ, ਦੇਵਦਾਨੋ ਰਾਖਸ਼ ਦੈਂਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ, ਇੰਦਰਾਸਣੀ ਅਪਸ਼ਰਾ ਰਾਗ ਰਾਗਣੀ ਮੰਗਲ ਗਾਇਆ, ਭਇਆ ਆਨੰਦ ਜਗਤ ਵਿੱਚ, ਕਲ ਤਾਰਨ ਗੁਰ ਨਾਨਕ ਆਇਆ, ਹਿੰਦੂ ਮੁਸਲਮਾਨ ਨਿਵਾਇਆ। ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਸਾਰਾ ਸੰਸਾਰ ਝੁਕਿਆ, ਅੱਜ ਉਸ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਚੇਲੇ ਦੇ ਪੈਰਾਂ ਉੱਤੇ ਸਿਰ ਰੱਖ ਦਿੱਤਾ। ਅੱਜ ਉਹ ਗੁਰੂ ਨਾਨਕ ਸਾਹਿਬ ਆਪਣੇ ਸੇਵਕ ਦੇ ਅੱਗੇ ਝੁਕ ਗਏ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦੈ ਸਹਿ ਟਿੱਕਾ ਦਿੱਤੋ ਸਜੀਵਦੈ। ਆਪਣੇ ਸਰੀਰ ਦੇ ਸਲਾਮਤ ਹੁੰਦਿਆਂ ਆਪਣੇ ਸੇਵਕ ਨੂੰ ਗੁਰਤਾ ਗੱਦੀ ਦਾ ਟਿੱਕਾ ਦੇ ਦਿੱਤਾ, ਗੁਰਿਆਈ ਦੇ ਦਿੱਤੀ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਤੇ ਜਿਨ੍ਹਾਂ ਜਿਨ੍ਹਾਂ ਸਿੱਖਾਂ ਸੇਵਕਾਂ ਨੇ ਸੇਵਾ ਕੀਤੀ, ਉਹਨਾਂ ਨੂੰ ਸੰਸਾਰੀ ਕਾਨ ਕਨੌੜ ਦਾ ਘੁੰਡ ਜਿਹੜਾ ਸੀ ਨਾ, ਲੋਕ ਲੱਜਾ ਦਾ, ਵੀ ਲੋਕ ਕੀ ਕਹਿਣਗੇ ਜੇ ਗੁਰੂ ਕੀ ਸੇਵਾ ਕਰਨ ਲੱਗ ਪਏ। ਲੋਕ ਕੀ, ਹੁਣ ਵੀ ਇਹ ਕੁਝ ਚੱਲਦਾ ਹੈ ਨਾ, ਵੀ ਜੇ ਗੁਰੂ ਕੀ ਸਿੱਖੀ ਪ੍ਰਾਪਤ ਕਰ ਲਈ ਤੇ ਰਿਸ਼ਤੇਦਾਰ ਕੀ ਕਹਿਣਗੇ, ਕਿ ਤੂੰ ਅੰਮ੍ਰਿਤ ਛਕ ਲਿਆ, ਤੂੰ ਕਿਰਪਾਨ ਪਾ ਲਈ। ਰਿਸ਼ਤੇਦਾਰ ਕੀ ਕਹਿਣਗੇ, ਕੁੜਮ ਕੀ ਕਹਿਣਗੇ, ਔਰ ਰਿਸ਼ਤੇਦਾਰ ਕੀ ਕਹਿਣਗੇ। ਇਹ ਲੋਕ ਲਾਜ ਜਿਹੜੇ ਸੀ ਨਾ, ਇਹਦਾ ਘੁੰਡ ਚੁੱਕ ਕਰਕੇ ਹੀ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਪ੍ਰਾਪਤ ਕੀਤੀ, ਸੇਵਾ ਕੀਤੀ, ਸਿਮਰਨ ਕੀਤਾ, ਬੰਦਗੀ ਕੀਤੀ, ਲੋਕ ਲਾਜ ਤੋਂ ਉੱਪਰ ਉੱਠ ਕੇ ਕੀਤਾ ਉਹਨਾਂ ਨੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਿਰਧ ਅਵਸਥਾ ਹੈ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਆ। ਅੱਗੇ ਵੀ ਕਈ ਵਾਰੀ ਮੇਲ ਮਿਲਾਪ ਹੋਇਆ, ਪਰ ਹੁਣ ਆਏ ਆ ਤੇ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਲੋਕ ਲਾਜ ਛੱਡ ਕੇ ਆਇਆ, ਮੈਂ ਕੁੜਮ ਬਣ ਕੇ ਨਹੀਂ ਆਇਆ। ਕਿਉਂਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਸਕੇ ਭਰਾ ਦੇ ਨਾਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਬੀਰੋ ਜੀ ਵਿਆਹੇ ਹੋਏ ਸਨ, ਤੇ ਕੁੜਮ ਦਾ ਭਰਾ ਕੁੜਮ ਹੀ ਹੁੰਦਾ ਹੈ ਨਾ। ਆਖਿਆ ਮਹਾਰਾਜ ਮੈਂ ਕੁੜਮ ਬਣ ਕੇ ਨਹੀਂ ਆਇਆ, ਸੰਸਾਰੀ ਉਮਰ ਵੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਲੋਂ 25 ਸਾਲ ਸਰੀਰ ਕਾਰਬਲਾ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵੱਡੇ ਸਨ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1536 ਬਿਕਰਮੀ ਸੰਮਤ ਨੂੰ ਹੋਇਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ 1526 ਬਿਕਰਮੀ ਸੰਮਤ, ਗੁਰੂ ਅਮਰਦਾਸ ਸਾਹਿਬ ਜੀ ਦਾ 1536 ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ 1561 ਬਿਕਰਮੀ ਸੰਮਤ। 25 ਸਾਲ ਸਰੀਰਕ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਦੂਜੇ ਪਾਤਸ਼ਾਹ ਛੋਟੇ ਆ ਤੇ ਗੁਰੂ ਅਮਰਦਾਸ ਸਾਹਿਬ ਜੀ ਉਮਰ ਵਿੱਚ ਸੰਸਾਰੀ ਉਮਰ ਦੇ ਵਿੱਚ 25 ਸਾਲ ਵੱਡੇ। ਬੇਨਤੀ ਕੀਤੀ 1597 ਬਿਕਰਮੀ ਨੇ ਜਦੋਂ ਪਹਿਲਾ ਮਿਲਾਪ ਖਡੂਰ ਸਾਹਿਬ ਦੀ ਧਰਤੀ ਤੇ 1 ਸਾਲ ਹੋ ਗਿਆ ਸੀ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਿਆਈ ਤੇ ਸੋਭਨੀਕ ਹੋਇਆ। ਮਹਾਰਾਜ ਮੈਂ ਕੁੜਮ ਬਣ ਕੇ ਨਹੀਂ ਆਇਆ, ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਓ, ਆਪਣੇ ਘਰ ਦਾ ਸੇਵਾਦਾਰ ਬਣਾ ਲਓ, ਸੇਵਕ ਬਣਾ ਲਓ। ਇਹ ਬੇਨਤੀ ਕਰਕੇ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ। ਤੇ ਦੂਜੇ ਪਾਤਸ਼ਾਹ ਨੇ ਬਾਹਾਂ ਤੋਂ ਮੋਢਿਆਂ ਤੋਂ ਫੜ ਕਰਕੇ ਤਾਂ ਉਠਾਇਆ ਤੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਗਾਗਰ ਦਿੱਤੀ। ਆਖਿਆ ਪੁਰਖਾ ਗਾਗਰ ਲੈ ਲਓ ਤੇ ਬਿਆਸ ਦਰਿਆ ਦੇ ਵਿੱਚੋਂ ਜਲ ਭਰ ਕੇ ਲਿਆਇਆ ਕਰੋ ਤੇ ਸਾਡਾ ਇਸ਼ਨਾਨ ਕਰਾਇਆ ਕਰੋ ਸਵਾ ਪਹਿਰ ਦੇ ਤੜਕੇ ਅੰਮ੍ਰਿਤ ਵੇਲੇ। ਫਿਰ ਗੁਰੂ ਕੇ ਲੰਗਰ ਦੀ ਸੇਵਾ ਵੀ ਕਰਿਆ ਕਰੋ। ਤੇ ਦੁਨੀਆਦਾਰੀ ਦਾ ਘੁੰਡ ਲਾ ਕਰਕੇ ਫਿਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਐਸੇ ਸੇਵਾ ਵਿੱਚ ਤਤਪਰ ਹੋਏ। 12 ਸਾਲ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਸ਼ਨਾਨ ਕਰਾਇਆ।
ਭਾਵੇਂ ਗਰਮੀ ਦੀ ਰੁੱਤ ਹੈ, ਭਾਵੇਂ ਸਰਦੀ ਦੀ ਰੁੱਤ ਹੈ, ਮੀਂਹ ਹੈ, ਹਨੇਰੀ ਹੈ, ਪਰ ਸੇਵਾ ਵਿੱਚ ਫਰਕ ਨਹੀਂ ਪੈਣ ਦਿੱਤਾ। 12 ਸਾਲ ਇਸ਼ਨਾਨ ਕਰਾਇਆ। ਬਿਆਸ ਦਰਿਆ ਤੋਂ ਜਲਦੀ ਗਾਗਰ ਭਰ ਕੇ ਲਿਆਉਣੀ ਤੇ ਖਡੂਰ ਸਾਹਿਬ ਸਵਾ ਪਹਿਰ ਦੇ ਤੜਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ 'ਚ ਹਾਜ਼ਰ ਜਾਇਆ ਕਰਨਾ ਤੇ ਮਹਾਰਾਜ ਦਾ ਇਸ਼ਨਾਨ ਕਰਾਉਣਾ। ਪਾਣੀ ਤੇ ਖਡੂਰ ਸਾਹਿਬ ਵੀ ਕਈ ਖੂਹ ਸੀ ਹੈਗੇ, ਇਹ ਨਹੀਂ ਸੀ ਵੀ ਖਡੂਰ ਸਾਹਿਬ 'ਚ ਜਲ ਹੈ ਨਹੀਂ ਸੀ। ਅੱਜ ਵੀ ਪੁਰਾਣੇ ਖੂਹ ਹੈਗੇ ਆ, ਸਾਰਾ ਨਗਰ ਵੀ ਉੱਥੋਂ ਪਾਣੀ ਪੀਂਦਾ ਸੀ। ਲੰਗਰ ਵਿੱਚ ਵੀ ਉਹ ਜਲ ਵਰਤਿਆ ਜਾਂਦਾ ਸੀ ਖੂਹਾਂ ਦਾ, ਖੇਤੀਆਂ ਵਾਸਤੇ ਵੀ ਵਰਤਿਆ ਜਾਂਦਾ ਸੀ ਖੂਹਾਂ ਦਾ ਜਲ, ਪਸ਼ੂਆਂ ਵਾਸਤੇ ਵੀ ਪਿਆਉਣ ਵਾਸਤੇ ਵਰਤਿਆ ਜਾਂਦਾ ਸੀ ਖੂਹਾਂ ਦਾ ਜਲ। ਪਰ ਬਚਨ ਸੀ ਸਤਿਗੁਰੂ ਜੀ ਦਾ, ਹੁਕਮ ਸੀ ਸਤਿਗੁਰੂ ਜੀ ਦਾ। ਤੇ ਫਿਰ 12 ਸਾਲ ਇਸ਼ਨਾਨ ਕਰਾਇਆ ਤੇ ਲੰਗਰ ਦੀ ਸੇਵਾ ਵੀ ਕਰਨੀ। ਸਾਲ ਬਾਅਦ ਇੱਕ ਸਿਰੋਂ ਪਾਉ ਪ੍ਰਾਪਤ ਹੁੰਦਾ ਸੀ। 12 ਸਾਲਾਂ ਵਿੱਚ 12 ਸਿਰੋਂ ਪਾਉ ਪ੍ਰਾਪਤ ਹੋਏ। ਜਿਹੜਾ ਮਹਾਰਾਜ ਨੇ ਬਚਨ ਕੀਤਾ ਨਾ ਵੀ ਲਾਜ ਮਰੰਤੀ ਮਰ ਗਈ, ਘੂੰਗਟ ਖੋਲ ਚੱਲੀ, ਸਾਸ ਦੀਵਾਨੀ ਬਾਵਰੀ ਸਿਰ ਤੇ ਸੰਕਟ ਅਲੀ। ਅਵਿਦਿਆ ਗਿਆਨਤਾ ਦੀ ਸੱਸ ਜਿਹੜੀ ਉਹ ਦੀਵਾਨੀ ਹੋ ਗਈ, ਬਾਵਰੀ ਝੱਲੀ ਹੋ ਗਈ। ਉਹ ਸਿਰ ਤੋਂ ਸ਼ੰਕਾ ਹੀ ਉਹਦਾ ਟਲ ਗਿਆ, ਦੂਰ ਹੋ ਗਿਆ, ਡਰ ਨਹੀਂ ਰਹਿ ਗਿਆ ਗਿਆਨਤਾ ਰੂਪੀ ਸੱਸ ਦਾ ਸਿਰ ਦੇ ਉੱਤੇ। ਘੁੰਡ ਜਿਹੜਾ ਸੀ ਲੋਕ ਲਾਜ ਦਾ, ਕਾਨ ਕਨੌੜ ਦਾ, ਵੀ ਲੋਕ ਕੀ ਕਹਿਣਗੇ, ਉਹ ਲਾਹ ਕੇ ਹੀ ਚੱਲ ਪਏ। ਮਹਾਰਾਜ ਕਹਿੰਦੇ ਲਾਹ ਕੇ ਤੁਰਨਾ ਪੈਂਦਾ, ਇਹ ਘੁੰਡ ਲਾਹ ਕੇ ਜੇ ਪ੍ਰਮਾਤਮਾ ਪਤੀ ਨੂੰ ਮਿਲਣਾ ਹੈ ਤਾਂ। ਲੋਕਾਂ ਨੇ ਕਿਸੇ ਨੇ ਆਖਿਆ ਇਹਦੇ ਪੁੱਤਰ ਨਹੀਂ ਸਾਂਭਦੇ ਹੋਣੇ ਤਾਂ ਆਪਣੇ ਕੁੜਮਾਂ ਕੋਲੇ ਆ ਕੇ ਰਹਿ ਰਿਹਾ। ਇਤਿਹਾਸ ਵਿੱਚ ਲਿਖਿਆ ਇਸ ਤਰ੍ਹਾਂ ਸਾਧ ਸੰਗਤ। ਉਹ ਸਾਰੇ ਅੱਖਰ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ ਜੋ ਲੋਕਾਂ ਨੇ ਤਾਨੇ ਮਿਹਣੇ ਮਾਰੇ। ਕਿਸੇ ਨੇ ਆਖਿਆ ਨਿਮਾਣਾ ਹੈ, ਕਿਸੇ ਨੇ ਆਖਿਆ ਨਿਤਾਣਾ ਹੈ, ਕਿਸੇ ਨੇ ਆਖਿਆ ਓਟ ਨਹੀਂ ਕਿਤੇ ਮਿਲਦੀ, ਕਿਸੇ ਨੇ ਆਖਿਆ ਕੁੜਮਾਂ ਦੇ ਟੁੱਕਰ ਖਾਂਦਾ ਹੈ। ਐਵੇਂ ਨਹੀਂ ਬਾਣੀ 'ਚ ਕਹਿ ਦਿੱਤਾ ਵੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਿੰਨੇ ਵੀ ਝੱਖੜ ਝੁੱਲਣ, ਹਨੇਰੀਆਂ ਵਗਣ, ਵਾਹ ਵਗੇ, ਪਰ ਤੁਸੀਂ ਸੁਮੇਰ ਪਰਬਤ ਹੋ, ਤੁਸੀਂ ਡੋਲਦੇ ਨਹੀਂ ਹੋ। 12 ਸਾਲਾਂ ਵਿੱਚ ਮੀਂਹ ਹਨੇਰੀਆਂ ਬਾਹਰੀ ਤੌਰ ਤੇ ਇਹ ਜਿਹੜੀਆਂ ਝੁੱਲਣੀਆਂ ਸੀ ਉਹ ਤਾਂ ਸੁਭਾਵਿਕ ਸੀ। ਲੋਕਾਂ ਦੇ ਤਾਨਿਆਂ ਮਿਹਣਿਆਂ ਦੀਆਂ ਹਨੇਰੀਆਂ ਬੜੀਆਂ ਝੁੱਲੀਆਂ, ਜਿਹੜੇ ਵੱਡਿਆਂ ਵੱਡਿਆਂ ਨੂੰ ਡੁਲਾ ਦਿੰਦੀਆਂ। ਤੇ ਬਾਣੀ 'ਚ ਲਿਖਿਆ ਵੀ ਝੱਖੜ ਵਾਓ ਨਾ ਡੋਲਾਈ ਪਰਬਤ ਮੇਰਾਨ। ਮਹਾਰਾਜ ਤੁਸੀਂ ਸਮੇਰ ਪਰਬਤ ਹੋ, ਤੁਸੀਂ ਝੱਖੜਵਾ ਦੇ ਨਾ ਡੋਲਣ ਵਾਲੇ ਨਹੀਂ ਹੋ। ਅਖੀਰ 12ਵਾਂ ਸਾਲ ਸੀ ਨਾ, ਆਖਰੀ ਦਿਨ ਹੀ ਸੀ ਉਹ 12ਵੇਂ ਸਾਲ ਦਾ, ਜਿੱਦਣ ਮੀਂਹ ਜ਼ੋਰ ਦਾ ਪੈ ਰਿਹਾ ਸੀ ਤੇ ਅੱਜ ਜਲਦੀ ਗਾਗਰ ਲੈ ਕੇ ਆ ਰਹੇ ਆ। ਤੇ ਖਡੂਰ ਸਾਹਿਬ ਵਿੱਚ ਜੁਲਾਏ ਦੀ ਉਹ ਖੱਡੀ ਸੀ, ਉਹਦੇ ਵਿੱਚ ਮਹਾਰਾਜ ਦਾ ਚਰਨ ਪੈ ਜਾਂਦਾ ਵਾ। ਗੁਰੂ ਸਾਹਿਬ ਡਿੱਗ ਪੈਂਦੇ ਆ ਕਿੱਲੇ ਨਾਲ ਲੜ ਕੇ। ਅੰਮ੍ਰਿਤ ਵੇਲੇ ਦਾ ਸਮਾਂ ਹੈ, ਜਲਦੀ ਗਾਗਰ ਭਰੀ ਹੋਈ ਆ, ਉਹਨੂੰ ਸੰਭਾਲਿਆ, ਆਪ ਥੱਲੇ ਡਿੱਗ ਵੀ ਪਏ ਆ, ਪਰ ਗਾਗਰ ਨੂੰ ਨਹੀਂ ਡਿੱਗਣ ਦਿੱਤਾ। ਧੰਨ ਗੁਰੂ ਅਮਰਦਾਸ ਸਾਹਿਬ ਜੀ। ਖੜਕਾ ਆਇਆ, ਜੁਲਾਹੇ ਨੇ ਪੁੱਛਿਆ, ਕਹਿੰਦਾ ਵੀ ਬਾਹਰੋਂ ਆਵਾਜ਼ ਕਾਹਦੀ ਆਈ ਹੈ, ਖੜਕਾ ਕਾਹਦਾ ਆ? ਘਰ ਵਾਲੀ ਜੁਲਾਈ ਨੇ ਆਖਿਆ। ਕਹਿੰਦੀ ਉਹੀ ਹੋਣਾ ਵਾ। ਮਹਾਰਾਜ ਦਾ ਅੱਧਾ ਨਾਂ ਲੈ ਕੇ, ਸਾਧ ਸੰਗਤ ਜੀ ਇਤਿਹਾਸ ਵਿੱਚ ਲਿਖਿਆ, ਅੱਧਾ ਨਾਂ ਲੈ ਕੇ ਨਾ ਆਪਾਂ ਮਹਾਰਾਜ ਦੇ ਸਿੱਖ, ਆਪਾਂ ਤੇ ਕਹਿੰਦੇ ਸੁਣਦੇ ਸੋਭਦੇ ਨਹੀਂ। ਅੱਧਾ ਨਾਂ ਲੈ ਕੇ ਆਖਿਆ ਉਹੀ ਹੋਣਾ ਨਿਥਾਵਾਂ, ਜਿਹਨੂੰ ਨਾ ਦਿਨੇ ਚੈਨ ਨਾ ਰਾਤ ਚੈਨ। ਦਿਨੇ ਵੀ ਇਧਰ ਉਧਰ ਤੁਰਿਆ ਫਿਰਦਾ, ਰਾਤ ਵੀ ਇਧਰ, ਜਿਹਨੂੰ ਥਾਂ ਕਿਤੇ ਨਹੀਂ। ਨਿਥਾਵਾਂ ਮਹਾਰਾਜ ਦੇ ਸਰਵਣਾ ਵਿੱਚ ਆਵਾਜ਼ ਪਈ, ਕਹਿਣ ਲੱਗੇ ਝੱਲ ਗਏ। ਪਹਿਲਾ ਬਚਨ ਹੀ ਨਿਕਲਿਆ ਝੱਲ ਗਏ। ਜਿਹਨੂੰ ਗੁਰੂ ਨਾਨਕ ਸਾਹਿਬ ਦੇ ਘਰੇ ਥਾਂ ਮਿਲ ਜਾਵੇ, ਜਿਸ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਘਰ ਵਿੱਚ ਥਾਂ ਮਿਲ ਜਾਵੇ, ਇਦੋਂ ਵੱਡੀ ਥਾਂ ਕਿਹੜੀ ਹੈ? ਇਹ ਸਭ ਤੋਂ ਵੱਡੀ ਥਾਂ। ਤੇ ਮੈਂ ਤੇ ਗੁਰੂ ਵਾਲਾ ਹਾਂ। ਨਿਥਾਵਾਂ ਤੇ ਉਹ ਹੁੰਦਾ ਜਿਹਦਾ ਗੁਰੂ ਕੋਈ ਨਾ ਹੋਵੇ। ਮੈਨੂੰ ਤੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਥਾਂ ਮਿਲੀ ਹੈ, ਝੱਲ ਗਏ। ਮੈਂ ਥਾਂ ਵਾਲਾ ਵਾਂ, ਨਿਥਾਵਾਂ ਨਹੀਂ। ਜਦੋਂ ਇਹ ਬਚਨ ਕਹੇ ਤੇ ਮਹਾਰਾਜ ਦਾ ਬਚਨ ਪੂਰਾ ਹੋਇਆ ਤੇ ਝੱਲੀ ਹੋ ਗਈ ਉਹ ਜੁਲਾਈ। ਆਪਣੇ ਕੱਪੜੇ ਉਦੋਂ ਹੀ ਪਾੜਨ ਲੱਗ ਪਈ। ਉਹਦੇ ਘਰ ਵਾਲੇ ਨੇ ਉਹਨੂੰ ਸੰਭਾਲ ਕੇ ਰੱਖਿਆ, ਫੜ ਕੇ ਰੱਖਿਆ। ਫਿਰ ਦਿਨੇ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ 'ਚ ਲੈ ਕੇ ਹਾਜ਼ਰ ਹੋਇਆ। ਬੇਨਤੀ ਕੀਤੀ, ਮਹਾਰਾਜ ਰਾਤੀ
ਆਪ ਜੀ ਦੇ ਸੇਵਕ ਨੇ ਆ ਬਚਨ ਕੀਤਾ, ਮੇਰੇ ਘਰ ਵਾਲੀ ਦੇ ਝੱਲ ਪੈ ਗਿਆ। ਸਤਿਗੁਰਾਂ ਨੇ ਕਿਹਾ ਸਾਰੀ ਗੱਲ ਦੱਸ। ਉਹਨੇ ਸਾਰੀ ਦੱਸੀ। ਫਿਰ ਮਹਾਰਾਜ ਸਾਹਿਬ ਜੀ ਨੇ ਆਪਣੇ ਪਾਸ ਬੁਲਾਇਆ ਤੇ ਕਹਿਣ ਲੱਗੇ, ਆਪਣੀ ਮਿਹਰ ਦੀ ਦ੍ਰਿਸ਼ਟੀ ਪਾ ਕੇ ਨਾ ਤੇ ਜੁਲਾਏ ਦੇ ਘਰ ਵਾਲੀ ਨੂੰ ਠੀਕ ਕੀਤਾ। ਗੁਰੂ ਅੰਗਦ ਸਾਹਿਬ ਜੀ ਨੇ ਉਹਦਾ ਝੱਲਪੁਣਾ ਠੀਕ ਕਰ ਦਿੱਤਾ। ਉਸ ਨੂੰ ਆਪਣੇ ਕੋਲੋਂ ਮਾਇਆ ਦਿੱਤੀ ਤੇ ਕਹਿਣ ਲੱਗੇ ਵੀ ਇਹ ਜਿੱਥੇ ਸਾਡਾ ਸੇਵਕ ਡਿੱਗਾ ਨਾ, ਇਹ ਥਾਂ ਤੂੰ ਸਾਨੂੰ ਦੇ ਦੇ, ਤੈਨੂੰ ਹੋਰ ਥਾਂ ਲੈ ਕਰਕੇ ਉੱਥੇ ਤੇਰਾ ਘਰ ਬਣਾ ਦਿੰਦੇ। ਹੋਰ ਥਾਂ ਉਹਨੂੰ ਲੈ ਕੇ ਦਿੱਤੀ। ਉਹ ਜ਼ਮੀਨ ਵੀ ਮਹਾਰਾਜ ਨੇ ਖਰੀਦੀ, ਉਹਨੂੰ ਪੈਸੇ ਵੀ ਦਿੱਤੇ ਗੁਰੂ ਅੰਗਦ ਸਾਹਿਬ ਜੀ। ਫਿਰ ਗਰੀਬ ਨਵਾਜ ਨੇ ਆਪਣੇ ਪਾਸ ਬੁਲਾਇਆ, ਸਿੱਖਾਂ ਸੇਵਕਾਂ ਸੰਗਤਾਂ ਨੂੰ ਇਕੱਠੇ ਕੀਤਾ। ਕਹਿਣ ਲੱਗੇ, ਪੁਰਖਾ 12 ਸਾਲ ਤੁਸੀਂ ਸਾਡਾ ਇਸ਼ਨਾਨ ਕਰਾਇਆ ਵਾ, ਹੁਣ ਅਸੀਂ ਤੁਹਾਡਾ ਇਸ਼ਨਾਨ ਕਰਾਵਾਂਗੇ। ਫਿਰ ਮਹਾਰਾਜ ਨੇ ਜਲ ਮੰਗਾਇਆ, ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਿਆ, ਬਾਕੀ ਸਿੱਖਾਂ ਨੂੰ। ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਸੇਵਕ ਸ੍ਰੀ ਅਮਰਦਾਸ ਸਾਹਿਬ ਮਹਾਰਾਜ ਦਾ ਆਪਣੇ ਹੱਥੀਂ ਇਸ਼ਨਾਨ ਕਰਾਇਆ, ਨਵੇਂ ਵਸਤਰ ਪਵਾਏ। ਇੱਕ ਇੱਕ ਜਿਹੜਾ ਸਰੋਪਾ ਸੀ, 12 ਦੇ 12 ਸਰੋਪੇ ਸਿਰ ਤੇ ਸੋਭਨੀਕ ਸੀ, ਇੱਕ ਇੱਕ ਕਰਕੇ ਲਾਇਆ। ਨਵੀਂ ਦਸਤਾਰ ਬੰਨੀ, 5 ਪੈਸੇ ਨਾਲੀਰ ਲੈ ਕਰਕੇ 1609 ਵਿਕਰਮੀ ਸੰਮਤ ਹੈ ਤੇ 12 ਸਾਲਾਂ ਦੀ ਸੇਵਾ ਤੋਂ ਬਾਅਦ ਫਿਰ ਮਹਾਰਾਜ ਨੇ 3 ਪਰਿਕਰਮਾ ਕਰਕੇ ਤੇ ਮੱਥਾ ਟੇਕ ਕੇ ਆਪਣੀ ਜੋਤ ਟਿਕਾ ਕੇ ਬਾਬਾ ਬੁੱਢਾ ਸਾਹਿਬ ਤੋਂ ਗੁਰਿਆਈ ਦਾ ਤਿਲਕ ਦਵਾਇਆ ਤੇ ਫਿਰ 12 ਹੀ ਵਰਦਾਨ ਦਿੱਤੇ। ਵੀ ਲੋਕਾਂ ਨੇ ਤੇ ਨਿਮਾਣਾ ਆਖਿਆ, ਨਿਤਾਣਾ ਆਖਿਆ, ਨਿਥਾਵਾਂ ਆਖਿਆ, ਨਹੀਂ, ਸ੍ਰੀ ਗੁਰੂ ਅਮਰਦਾਸ ਸਾਹਿਬ ਨਿਮਾਣਿਆਂ ਦੇ ਮਾਣ। ਜਿਨ੍ਹਾਂ ਨੂੰ ਕਿਤੇ ਮਾਣ ਨਹੀਂ ਮਿਲੂਗਾ ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਾਣ ਦੇਣਗੇ। ਗੁਰੂ ਅਮਰਦਾਸ ਸਾਹਿਬ ਨਿਤਾਣਿਆਂ ਦੇ ਤਾਣ, ਗੁਰੂ ਅਮਰਦਾਸ ਸਾਹਿਬ ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪੱਤ, ਭੰਨਣ ਘੜਨ ਸਮਰੱਥ, ਰਿਜਕ ਦੀ ਕੁੰਜੀ ਤੇਰੇ ਹੱਥ। ਪੁਰਖਾ ਜੀ ਤੁਸੀਂ ਧੰਨ ਹੋ। ਪਰ ਲੋਕ ਲਾਜ ਦਾ ਘੁੰਡ ਚੁੱਕ ਕੇ ਸੇਵਾ ਕੀਤੀ ਤੇ ਬਖਸ਼ਿਸ਼ਾਂ ਪ੍ਰਾਪਤ ਹੋਈਆਂ। ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਹਾਜ਼ਰ ਹੋਏ। ਮਹਾਰਾਜ ਨੇ ਆਪਣੀ ਛੋਟੇ ਸੁਪੁੱਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਉਹਨਾਂ ਨਾਲ ਕੀਤਾ। ਬੀਬੀ ਭਾਨੀ ਜੀ ਨੇ ਵੀ ਰੱਜ ਕੇ ਪਿਤਾਈ ਦੀ ਸੇਵਾ ਕੀਤੀ ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਸੇਵਾ ਕੀਤੀ। ਜਦੋਂ ਬੌਲੀ ਸਾਹਿਬ ਦੀ ਸੇਵਾ ਚੱਲਦੀ ਸੀ ਨਾ ਤੇ ਸੋਢੀ ਪਰਿਵਾਰ ਉਹ ਚੱਲ ਕੇ ਉੱਥੇ ਆਏ। ਉਹਨਾਂ ਵੇਖਿਆ ਵੀ ਸਾਡਾ ਸੋਢੀ ਪਰਿਵਾਰ ਦਾ ਬੱਚਾ ਭਾਈ ਜੇਠਾ ਮਿੱਟੀ ਦੀਆਂ ਟੋਕਰੀਆਂ ਚੁੱਕ ਰਿਹਾ ਹੈ। ਗੁਰੂ ਅਮਰਦਾਸ ਸਾਹਿਬ ਜੀ ਨੂੰ ਉਹਨਾਂ ਨੇ ਕਬੋਲ ਵੀ ਬੋਲੇ ਸੀ। ਕਹਿਣ ਲੱਗੇ, ਅਸੀਂ ਤੇ ਲੋਕਾਂ ਨੂੰ ਪੈਸੇ ਦੇ ਕੇ ਕੰਮ ਕਰਾਉਣੇ ਆ ਤੇ ਤੁਸੀਂ ਆਪਣੇ ਜਵਾਈ ਤੋਂ ਕੰਮ ਕਰਵਾ ਰਹੇ ਹੋ, ਟੋਕਰੀਆਂ ਮਿੱਟੀ ਦੀਆਂ ਚੁਕਾ ਰਹੇ ਹੋ, ਸਾਰੇ ਵਸਤਰ ਲਿਬੜੇ ਹੋਏ, ਕੋਈ ਜਵਾਈ ਤੋਂ ਵੀ ਕੰਮ ਕਰਾਉਂਦਾ ਹੈ। ਕਈ ਤਰ੍ਹਾਂ ਦੇ ਕਬੋਲ ਬੋਲੇ। ਮਹਾਰਾਜ ਕਹਿੰਦੇ ਵੀ ਇਹ ਤੁਹਾਨੂੰ ਮਿੱਟੀ ਦੀਆਂ ਟੋਕਰੀਆਂ ਦਿਸਦੀਆਂ, ਇਹ ਤਾਂ ਛਤਰ ਝੁੱਲਿਆ ਹੋਇਆ ਦੀਨ ਦੁਨੀ ਦਾ। ਤੋ ਸਤਿਗੁਰੂ ਦੇ ਘਰ ਦੀ ਸੇਵਾ, ਸਤਿਗੁਰੂ ਜੀ ਦੇ ਘਰ ਦਾ ਸਿਮਰਨ, ਸਤਿਗੁਰੂ ਜੀ ਦੇ ਘਰ ਦੀ ਸਿੱਖੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤਾਂ ਸੰਸਾਰੀ ਘੁੰਡ ਖੋਲ ਕੇ ਭਾਈ ਚੱਲਣਾ ਪੈਂਦਾ ਇਹਦੇ ਤੇ। ਇਹ ਤਾਂ ਸੰਸਾਰੀ ਲੋਕ ਲਾਜ ਜਿਹੜੀ ਪਾਸੇ ਕਰਨੀ ਪੈਂਦੀ ਹੈ। ਨਹੀਂ ਤਾਂ ਲੋਕ, ਸਤਿਗੁਰੂ ਕਹਿੰਦੇ ਵੀ ਲੱਜਾ ਕਰਨੀ ਹੈ ਤੇ ਸੰਸਾਰੀ ਕਰਮਾਂ ਤੋਂ ਕਰ, ਪੁੱਠੇ ਮਾੜੇ ਕਰਮ ਕਰਨ ਤੋਂ ਲੱਜਾ ਕਰਿਆ ਕਰ, ਉਧਰੋਂ ਘੁੰਡ ਕੱਢਿਆ ਕਰ, ਪਰ ਨਾਮ ਬਾਣੀ ਵਾਲੇ ਪਾਸਿਓਂ ਘੁੰਡ ਨਾ ਕੱਢ। ਅੰਮ੍ਰਿਤ ਛਕਣ ਲੱਗਿਆਂ ਲੱਜਾ ਨਾ ਕਰ, ਸ਼ਰਾਬ ਪੀਣ ਲੱਗਿਆਂ ਜ਼ਰੂਰ ਲੱਜਾ ਕਰਿਆ ਕਰ, ਧਰਮ ਕਮਾਉਣ ਲੱਗਿਆਂ ਲੱਜਾ ਸ਼ਰਮ ਨਾ ਕਰਿਆ ਕਰ, ਜਦੋਂ ਕੋਈ ਕਰਮ ਕਰਨੇ ਆ ਉਸ ਵੇਲੇ ਲੱਜਾ ਕਰਿਆ ਕਰ। ਜਿੱਧਰਲੇ ਪਾਸੇ ਤੋਂ ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਬੁਰੇ ਕੰਮ ਕਰਨ ਲੱਗੋ ਜ਼ਰੂਰ ਲੱਜਾ ਕਰਿਆ ਕਰ, ਉਧਰਲੇ ਪਾਸਿਓਂ ਸ਼ਰਮ ਕਰਿਆ ਕਰ। ਪਰ ਜਦੋਂ ਧਰਮ ਵਾਲੇ ਪਾਸੇ ਆਉਣਾ ਵਾ ਫਿਰ ਤਾਂ ਇਹ ਲੋਕ ਲਾਜ ਨੂੰ ਮਾਰ ਕਰਕੇ ਤੇ ਫਿਰ ਇਹ ਸੰਸਾਰੀ ਕਾਣ ਕਨੋੜ ਦਾ ਘੁੰਡ ਚੁੱਕ ਕਰਕੇ ਫਿਰ ਇਧਰ ਚੱਲਣਾ ਕਰ। ਫਿਰ ਜਿਹੜੀ ਦੀਵਾਨੀ ਬਾਵਰੀ ਕਵਲੀ ਹੈ ਨਾ, ਅਵਿਦਿਆ ਰੂਪੀ ਸਾਸੇ ਵੀ ਸਿਰ ਤੋਂ ਇਹਦਾ ਵੀ ਸ਼ੰਕਾ ਦੂਰ ਹੋ ਜਾਵੇਗਾ। ਪ੍ਰੇਮ ਬੁਲਾਏ ਜਿਸ ਵੇਲੇ ਪ੍ਰਭੂ ਪਤੀ ਨੇ ਪ੍ਰੇਮ ਨਾਲ ਬੁਲਾ ਲਈ ਨਾ ਜੀਵ ਰੂਪੀ ਇਸਤਰੀ, ਫਿਰ ਰਲੀ ਸਿਓ, ਫਿਰ ਖੁਸ਼ੀਆਂ ਦੇ ਸਹਿਤ ਹੋ ਗਈ ਹੈ ਜੀਵ ਇਸਤਰੀ, ਕਿਉਂਕਿ ਪਤੀ ਨੇ ਪ੍ਰੇਮ ਨਾਲ ਬੁਲਾਇਆ ਹੈ। ਫਿਰ ਰਲੀ ਕਹਿੰਦੇ ਚਾਉ ਨੂੰ, ਰਲੀ ਕਹਿੰਦੇ ਖੁਸ਼ੀ ਨੂੰ, ਚਾਉ ਦੇ ਸਹਿਤ ਹੋ ਗਈ। ਮਨ ਮਹਿ ਸ਼ਬਦ ਆਨੰਦ, ਜਦੋਂ ਮਨ ਦੇ ਵਿੱਚ ਗੁਰੂ ਕਾ ਸ਼ਬਦ ਵਸਿਆ ਫਿਰ ਆਨੰਦ ਦੀ ਪ੍ਰਾਪਤੀ ਹੋ ਗਈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਲਾਲ ਦੀ ਲਾਲੀ ਭਈ, ਫਿਰ ਲਾਲ ਪਿਆਰੇ ਪਤੀ ਦੇ ਨਾਲ ਜਦੋਂ ਰੱਤੀ ਰੰਗੀ ਗਈ ਨਾ, ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਲਾਲ ਪ੍ਰੇਮ ਦੇ ਵਿੱਚ ਰੱਤੀ ਗਈ, ਰੰਗੀ ਗਈ।
ਲਾਲੀ ਭਈ, ਫਿਰ ਚਿਹਰੇ ਤੇ ਲਾਲੀ ਛਾ ਗਈ, ਫਿਰ ਲਾਲ ਰੰਗ ਵਾਲੀ ਹੋ ਗਈ, ਪ੍ਰੇਮ ਦੇ ਰੰਗ ਵਾਲੀ ਹੋ ਗਈ। ਲਾਲੀ ਨਾਮ ਦਾਸੀ ਦਾ ਵੀ ਹੈ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਜਦੋਂ ਲਾਲ ਪਿਆਰੇ ਪ੍ਰਭੂ ਦੇ ਰੱਤੀ ਰੰਗ ਵਿੱਚ ਰੰਗੀ ਗਏ, ਫਿਰ ਲਾਲੀ ਭਈ ਕੀ ਦਾਸੀ ਹੋ ਗਈ। ਜੀਵ ਦੀ ਬਿਰਤੀ ਜਿਹੜੀ ਹੈ ਉਹ ਦਾਸੀ ਹੋ ਗਈ, ਫਿਰ ਲਾਲੀ ਹੋ ਗਈ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਨਾਮ ਜਪਦੇ ਆ ਲਾਲੀ ਚੜ ਗਈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਦਾਸੀ ਬਣ ਗਈ, ਲਾਲ ਰੰਗ ਵਾਲੀ ਹੋ ਗਈ। ਗੁਰਮੁਖ ਭਈ ਨਿਖਿੰਦ। ਜਦੋਂ ਗੁਰੂ ਕੀ ਸ਼ਰਨੀ ਪਈ ਤੇ ਮੁਖੀ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ, ਫਿਰ ਪ੍ਰਭੂ ਪਤੀ ਦੀ ਪ੍ਰਾਪਤੀ ਹੋ ਗਈ। ਤੇ ਫਿਰ ਨਿਚਿੰਦ, ਚਿੰਦ ਨਾਮ ਹੈ ਚਿੰਤਾ ਦਾ, ਨਿਚਿੰਦ ਨਾਮ ਹੈ ਚਿੰਤਾ ਤੋਂ ਰਹਿਤ ਦਾ। ਫਿਰ ਚਿੰਤਾ ਤੋਂ ਰਹਿਤ ਹੋ ਗਈ, ਫਿਰ ਆਨੰਦ ਵਾਲੀ ਹੋ ਗਈ। ਪਰਮਾਤਮਾ ਪਤੀ ਦੇ ਮਿਲਾਪ ਵਾਲੀ ਇਹ ਜੀਵ ਰੂਪ ਇਸਤਰੀ ਹੋ ਗਈ। ਜਿਸ ਵੇਲੇ ਨੇ ਸੰਸਾਰੀ ਕਾਨ ਕਨੌੜ ਦਾ ਕੁੰਡ ਦੂਰ ਕਰ ਦਿੱਤਾ ਤੇ ਸੰਸਾਰੀ ਲੋਕ ਲਾਜ ਇਸ ਨੇ ਤਿਆਗ ਦਿੱਤੀ, ਤੋ ਗਰੀਬ ਨਵਾਜ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਪ੍ਰੇਮ ਭੁਲਾਈ ਗਲੀ ਸਿਓ ਮਨ ਮਹਿ ਸ਼ਬਦ ਆਨੰਦ। ਲਾਲ ਰਤੀ ਲਾਲੀ ਭਈ, ਗੁਰਮੁਖ ਭਈ ਨਿਚਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।